ਇਹ ਉਹ ਗੱਡੀ ਆ ਜਿਹਦੇ ਵਿੱਚ ਲੰਗਰ ਦੀ ਸੇਵਾ ਪਿਛਲੇ 11 ਸਾਲਾਂ ਤੋਂ ਦੋਨਾਂ ਭਰਾਵਾਂ ਦੇ ਵੱਲੋਂ ਕੀਤੀ ਜਾ ਰਹੀ ਹੈ, ਜਿਸ ਤੇ ਲਿਖਿਆ ਹੋਇਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 552 ਸਾਲ। ਇਹ ਸਾਡਾ ਮਿਸ਼ਨ ਸੀ ਜ਼ਿੰਦਗੀ ਦਾ ਵੀ ਜਿੱਥੇ ਜਿੱਥੇ ਅਸੀਂ ਰਹਿੰਦੇ ਆ ਆਲਾ ਦੁਆਲਾ ਉੱਥੇ ਕੋਈ ਭੁੱਖਾ ਨਾ ਸੋਵੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਅਗਵਾਈ ਛਤਰਛਾਇਆ ਹੇਠੀ ਸੇਵਾ ਚੱਲਦੀ ਆ, ਉਹਨਾਂ ਨੇ ਇਹ ਸੇਵਾ ਆਰੰਭ ਕਰਵਾਈ ਹੈ ਜੀ। ਵੀਰ ਜੀ, ਜਦੋਂ ਤੁਸੀਂ ਸੇਵਾ ਸ਼ੁਰੂ ਕੀਤੀ ਸੀਗੀ ਕਰਨੀ ਤਾਂ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ? 18 ਸਾਲ ਚੜ੍ਹਦੀ ਉਮਰ ਸੀ ਜਮਾ। ਜਿਹੜੀ ਜਵਾਨੀ ਜਦੋਂ ਚੜ੍ਹਨੀ ਸੀਗੀ ਤਾਂ ਗੁਰੂ ਸਾਹਿਬ ਜੀ ਨੇ ਚੜ੍ਹਦੀ ਜਵਾਨੀ 'ਚ ਹੀ ਆਪਣੇ ਸੇਵਾ ਦੇ ਲੜ ਲਾਇਆ। ਬੜੇ ਧੰਨ ਭਾਗ। ਆਪਾਂ ਵੀ ਕਹਿੰਦੇ ਆ ਵੀ ਆਪਾਂ ਗੁਰੂ ਵਾਲੇ ਬਾਅਦ 'ਚ ਬਣ ਜਾਾਂਗੇ, ਵੀ ਜਵਾਨੀ ਲੰਘਾ ਲਈਏ, ਪਰ ਸੱਚ ਦੱਸੀਏ ਵੀ ਗੁਰੂ ਨੂੰ ਵੀ ਜਵਾਨੀ ਹੀ ਚਾਹੀਦੀ ਆਪਣੀ, ਕਿਉਂਕਿ ਜਵਾਨੀ 'ਚ ਰਹਿ ਕੇ ਆਪਾਂ ਇਹ ਕਾਰਜ ਕਰ ਸਕਦੇ ਹਾਂ ਜੀ। ਅਸੀਂ ਪਿੰਡ 'ਚੋਂ ਗਜਾ ਕਰਦੇ ਹਾਂ ਸਵੇਰੇ ਡੋਰ ਟੂ ਡੋਰ ਜਾ ਕੇ। ਪਹਿਲਾਂ ਅਸੀਂ ਤੁਰ ਕੇ ਹੀ ਗਜਾ ਕਰਦੇ ਹੁੰਦੇ ਸੀ ਕੁੱਸੇ ਪਿੰਡ ਦੇ ਵਿੱਚ। ਸਾਨੂੰ ਤਾਨੇ ਵੀ ਮਿਲਣ ਲੱਗ ਗਏ ਸੀਗੇ ਸਾਡੇ ਰਿਸ਼ਤੇਦਾਰਾਂ ਤੋਂ ਜਾਂ ਜਿੰਨੇ ਵੀ ਸਾਡੇ ਟੱਚ 'ਚ ਨੇ, ਵੀ ਤੁਸੀਂ ਜ਼ਿਮੀਂਦਾਰਾਂ ਜੱਟਾਂ ਦੇ ਪੁੱਤ ਹੋ ਕੇ ਕਿੱਧਰ ਤੁਰ ਪਏ। ਮਾਤਾ ਬਾਪੂ ਨੇ ਵੀ ਸਾਨੂੰ ਇਹੀ ਸਿਖਾਇਆ ਵੀ ਹਮੇਸ਼ਾ ਆਪਾਂ ਲੋੜਵੰਦਾਂ ਲਈ ਖੜਨਾ। ਮਾਤਾ ਸਾਡੀ ਜਦੋਂ ਵੀ ਅਰਦਾਸ ਕਰਦੇ ਉਹ ਮਾਇਆ ਨਹੀਂ ਮੰਗਦੇ ਸੀ ਜਾਂ ਕੋਈ ਪਦਾਰਥ ਨਹੀਂ ਮੰਗਦੇ ਸੀ, ਉਹ ਕਹਿੰਦੇ ਵੀ ਸਿੱਖੀ ਮਿਲੇ ਘਰ ਨੂੰ ਸਾਡੇ। 5000 ਤੋਂ 7000 ਇਨਸਾਨਾਂ ਨੂੰ ਲੋਕਡਾਊਨ ਦੇ ਵਿੱਚ ਹਰ ਰੋਜ਼ ਲੰਗਰ ਵਰਤਾਇਆ ਜਾਂਦਾ ਸੀਗਾ। ਕਿਉਂ ਕਰਕੇ ਉਦੋਂ ਸਾਨੂੰ ਬੇਨਤੀ ਕਰਦੀ ਸੀ ਸੰਗਤ ਨੇ, ਉਹਨਾਂ ਦਾ ਵੀ ਕਸੂਰ ਨਹੀਂ ਸੀ, ਜਿਨ੍ਹਾਂ ਨੇ ਜਿੰਨਾ ਕਮਾਉਣਾ ਉਹਦੇ ਨਾਲ ਹੀ ਗੁਜ਼ਾਰਾ ਕਰਨਾ। ਅਸੀਂ ਗੁਰੂ ਨੂੰ ਸਭ ਕੁਝ ਸੌਂਪਤਾ ਆਪਣਾ, ਜਿੰਨੇ ਸਾਡੇ ਸਵਾਸ ਨੇ ਅਸੀਂ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹੀਏ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ डाउनलोड करो प्रो पंजाब टीवी दा मोबाइल ऐप। प्रो पंजाब टीवी देख रहे हो तुसी ते मैं तुहाडे नाल ईशा। श्री गुरु नानक देव जी ने 20 रुपए का एक लंगर चलाया सीगा ते 552 साल ने जिहड़े कि हो चुके ने उस लंगर नूं चलदे होए ते उस दी सेवा वा जिहड़ी कि अज तक चलदी आ रही है। वो लंगर है जिहड़ा कि अज तक चलदा आ रहा। संगत है जिहड़ी इकट्ठी बैठ के लंगर छकदी है। जिथे मर्जी चल जाओ तुहानूं लंगर है जिहड़ा कि जरूर मिलेगा। भारत दे विच खास करके पंजाब दे विच तुहानूं कोई भी भुखा नहीं मिलेगा। लंगर दी सेवा किते ना किते जरूर चलदी मिलेगी। ते इसे तरह साडे नाल दो नौजवान मौजूद ने। कहा जाता है कि अक्सर माता पिता अपनी परवरिश के नाल बच्चों को बदलते हैं, बच्चों का भविख बनाते हैं, लेकिन जो ये दो नौजवान लगे हुए हैं इक्को परिवार के दो सगे भरा ने ते इन्हें जिहड़ा छोटा भरा उन्हें पूरे परिवार की जिंदगी बदल दी है। पहला तो तुहानूं तस्वीर दिखाने हैं कि वो गड्डी है जिहदे विच लंगर की सेवा पिछले 11 सालों तो दोनों भरावां दे वल्लों कीती जा रही है, जिस ते लिखा होया धੰन धंन श्री गुरु नानक देव जी 552 साल। हस्पतालों ते लोड़वंदां लई लंगर की सेवा ਕੀਤੀ ਜਾਂਦੀ ਹੈ ਤੇ ਸਾਡੇ ਨਾਲ ਮੌਜੂਦ ਨੇ ਸਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਆਇਆਂ ਨੂੰ ਜੀ। ਜੀ ਸਰ, ਠੀਕ ਹੋ? ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਜੀ, ਸਭ ਠੀਕ ਠਾਕ ਹੋ? ਸਰ ਸਭ ਬਹੁਤ ਵਧੀਆ। ਸਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਪਿਛਲੇ 11 ਸਾਲਾਂ ਤੋਂ, ਇਹਦੇ ਪਿੱਛੇ ਕਾਰਨ ਕੀ ਹੈ? ਜੀ ਦੇਖੋ, ਇਹਦੇ ਪਿੱਛੇ ਕਾਰਨ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਅਗਵਾਈ ਛਤਰਛਾਇਆ ਹੇਠੀ ਸੇਵਾ ਚੱਲਦੀ ਆ, ਉਹਨਾਂ ਨੇ ਇਹ ਸੇਵਾ ਆਰੰਭ ਕਰਵਾਈ ਹੈ ਜੀ। ਇਹਦਾ ਕਾਰਨ ਇਹ ਬਣਿਆ ਸੀਗਾ, ਆਪਾਂ ਗੁਰਦੁਆਰਾ ਤਖਤਪੁਰਾ ਸਾਹਿਬ ਰਹਿੰਦੇ ਹੁੰਦੇ ਸੀ ਉਸ ਵੇਲੇ ਮੋਗੇ ਜ਼ਿਲ੍ਹੇ 'ਚ। 3 ਪਾਤਸ਼ਾਹੀਆਂ ਨੇ ਚਰਨ ਪਾਏ ਨੇ। ਬੜਾ ਪਵਿੱਤਰ ਸਥਾਨ ਆ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 10ਵੇਂ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਤਿੰਨੇ ਪਾਤਸ਼ਾਹੀਆਂ ਨੇ ਚਰਨ ਪਾ ਕੇ ਉਹ ਸਥਾਨ ਨੂੰ ਨਿਵਾਜਿਆ ਤੇ ਉੱਥੇ ਰਹਿ ਕੇ ਅਸੀਂ ਸੇਵਾ ਕੀਤੀ। ਸਾਡੇ ਮਾਤਾ ਜੀ ਵੀ ਉੱਥੇ ਰਹਿ ਕੇ ਸੇਵਾ ਕਰਦੇ ਰਹੇ ਆ ਜੀ। ਸਾਡੇ ਨਾਨਾ ਜੀ ਮੈਨੇਜਰ ਹੁੰਦੇ ਸੀ ਗੁਰਦੁਆਰਾ ਸਾਹਿਬ ਦੇ। ਤੇ ਜਦੋਂ ਇਹ ਸਮਾਂ ਆਉਣਾ ਸੀ ਅਸੀਂ ਤਕਰੀਬਨ 6 ਮਹੀਨੇ ਪਹਿਲਾਂ ਹੀ ਹਸਪੀਟਲਾਂ ਦੇ ਵਿੱਚ ਸਾਨੂੰ ਸੁਨੇਹੇ ਆਉਣ ਲੱਗ ਗਏ ਸੀਗੇ। ਅਸੀਂ ਵਿਚਰਦੇ ਸੀ ਸੰਗਤਾਂ 'ਚ ਪਹਿਲੇ ਦਿਨ ਤੋਂ ਹੀ। ਉਹਦੇ ਵੀ ਸਿਵਲ ਹਸਪਤਾਲ ਮੋਗਾ ਜਗਰਾਓਂ ਪ੍ਰਸ਼ਾਦੇ ਪੱਖੋਂ ਬਹੁਤ ਲੋਕ ਮਤਲਬ ਇੱਕ ਦਿਨ ਦਾ ਉਹਨਾਂ ਦਾ ਤਕਰੀਬਨ 1-1 ਹਜ਼ਾਰ ਖਰਚ ਆ ਰਿਹਾ ਏ ਤੇ ਉਹ ਪਰਿਵਾਰ ਇੰਨਾ ਅਫੋਰਡ ਨਹੀਂ ਕਰਦੇ ਹੈਗੇ ਵੀ ਉਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਆ। ਸਾਡੇ ਜੇਨ 'ਚ ਤਾਂ ਪਹਿਲਾਂ ਹੀ ਹੁੰਦਾ ਸੀਗਾ ਪਹਿਲੇ ਦਿਨ ਤੋਂ ਹੀ ਵੀ ਅਸੀਂ ਇਹ ਸੇਵਾ ਕਰੀਏ ਵੀ ਸਾਡਾ ਮਿਸ਼ਨ ਸੀ ਜ਼ਿੰਦਗੀ ਦਾ ਵੀ ਜਿੱਥੇ ਜਿੱਥੇ ਅਸੀਂ ਰਹਿੰਦੇ ਆ ਆਲਾ ਦੁਆਲਾ ਉੱਥੇ ਕੋਈ ਭੁੱਖਾ ਨਾ ਸੋਵੇ ਡੇਲੀ ਰੱਜ ਕੇ ਸੋਵੇਂ। ਉਹ ਮਿਸ਼ਨ ਗੁਰੂ ਸਾਹਿਬ ਜੀ ਨੇ ਸਾਨੂੰ ਐਡਾ ਵੱਡਾ ਦੇਣਾ ਸੀ, ਸਾਨੂੰ ਨਹੀਂ ਪਤਾ ਸੀ। ਉਦੋਂ ਫਿਰ ਆਪਣੇ 2 ਕਿਲੋਮੀਟਰ ਤੇ ਉੱਥੇ ਪਿੰਡ ਲੋਹਾਰਾ
ਉੱਥੇ ਮਾਤਾ ਸਰਦਾਰਨੀ ਸੁਖਨਿੰਦਰ ਕੌਰ ਚੈਰੀਟੇਬਲ ਹਸਪੀਟਲ ਆ, ਉੱਥੇ ਸਭ ਤੋਂ ਪਹਿਲਾਂ ਇੱਕ ਲੋੜਵੰਦ ਪਰਿਵਾਰ ਆਇਆ ਬੜਾ, ਤੇ ਬੱਚੀ ਸੀ ਉਹਨਾਂ ਦੀ ਛੋਟੀ ਦਾਖਲ। ਉਹਨਾਂ ਨੇ ਪਹਿਲਾਂ ਆਪਣੇ ਤੱਕ ਪਹੁੰਚ ਕਰਕੇ ਸੁਨੇਹਾ ਲਾਇਆ ਵੀ ਸਾਨੂੰ ਪ੍ਰਸ਼ਾਦਾ ਫੜਾ ਦਿਓ, ਦੁੱਧ ਤਾਂ ਸਾਨੂੰ ਬੜੀ ਲੋੜ ਆ ਜੀ। ਤੇ ਅਸੀਂ ਸਤ ਬਚਨ ਕਿਹਾ, ਸਾਨੂੰ ਮਾਮਾ ਜੀ ਨੇ ਕਿਹਾ ਵੀ ਤੁਸੀਂ ਫੜਾ ਕੇ ਆਓ। 2-3 ਦਿਨ ਪ੍ਰਸ਼ਾਦਾ ਫੜਾਉਂਦੇ ਰਹੇ ਜੀ। ਤੀਸਰੇ ਦਿਨ ਉਹ ਬੱਚੀ ਤਾਂ ਚੜ੍ਹਾਈ ਕੱਢ ਗਈ, ਉਹਦੀ ਆਯੂ ਖਤਮ ਹੋ ਗਈ, ਸਮਾਪਤ ਹੋ ਗਈ, ਜਿਵੇਂ ਅਕਾਲ ਪੁਰਖ ਦਾ ਲਿਖਿਆ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਉਹਨਾਂ ਦੇ ਪਰਿਵਾਰ ਦੇ ਸਿਰ ਤੇ ਵੀ ਹੱਥ ਰੱਖਣ, ਕਿਉਂ ਕਰਕੇ ਵਿਛੋੜਾ ਝੱਲਣਾ ਬੜਾ ਔਖਾ ਹੈ। ਤੇ ਸਾਰੇ ਹਾਜ਼ਰ ਸੀਗੇ, ਤੇ ਸਾਡੇ ਜਿਹੜੇ ਮਾਮਾ ਜੀ ਸੀ ਉਹਨਾਂ ਨੇ ਪਤਾ ਨਹੀਂ ਕੀ ਆਇਆ ਜੇਨ 'ਚ, ਸਤਿਗੁਰ ਜੀ ਨੇ ਕੀ ਫੁਰਨਾ ਲਿਆਂਦਾ। ਉਹ ਕਹਿੰਦੇ ਵੀ ਅੱਜ ਤੋਂ ਬਾਅਦ ਆਪਾਂ ਅੱਜ ਤੋਂ ਹੀ ਸਰਕਾਰੀ ਹਸਪਤਾਲ ਮੋਗਾ ਤੇ ਜਗਰਾਉਂ ਜਾਣਾ ਆਰੰਭ ਕਰ ਦਿਓ, ਵੀ ਲੰਗਰ ਦੀ ਸੇਵਾ ਆਪਾਂ ਨਿਰਵਿਘਨ ਕਰਿਆ ਕਰਨੀ ਆ, ਵੀ ਨਾਗਾ ਨਹੀਂ ਪੈਣਾ ਚਾਹੀਦਾ ਵਿੱਚ। ਇਸ ਤਰ੍ਹਾਂ ਇਹ ਸੇਵਾ ਦੀ ਸ਼ੁਰੂਆਤ ਹੋਈ ਸੀ। ਉਸ ਤੋਂ ਬਾਅਦ 'ਚ ਫਿਰ ਇਹ ਸੇਵਾ ਹੁਣ ਅੱਜ ਆਪਾਂ 30 ਹਸਪੀਟਲਾਂ ਤੱਕ ਪਹੁੰਚ ਚੁੱਕੇ ਹਾਂ, ਤੇ ਬੱਧਨੀ ਜਗਰਾਉਂ ਮੋਗਾ ਇਸ ਟਾਈਮ ਆਪਾਂ ਸਰਕਾਰੀ ਹਸਪਤਾਲ ਹੀ ਖੜੇ ਹਾਂ। ਇਸ ਤੋਂ ਬਾਅਦ 'ਚ ਆਪਾਂ ਝੁੱਗੀਆਂ ਵਾਲੇ ਛੋਟੇ ਬੱਚਿਆਂ 'ਚ ਇਹ ਵੀ ਇੱਕ ਸਵਾਲ ਆ ਵੀ ਝੁੱਗੀਆਂ ਵਾਲਿਆਂ 'ਚ ਲੰਗਰ ਨਾ ਵਰਤਾਓ ਜੀ। ਤੇ ਸਾਨੂੰ ਇਹ ਬਹੁਤ ਸਵਾਲ ਆਉਂਦੇ ਨੇ ਵੀ ਤੁਸੀਂ ਲੰਗਰ ਲਾਉਣਾ ਤਾਂ ਇਕੱਲੇ ਸਿੱਖਾਂ ਨੂੰ ਛਕਾਇਆ ਕਰੋ, ਸਿੱਖਾਂ ਦੀ ਬਾਂਹ ਹੀ ਫੜੋ, ਬਾਕੀਆਂ ਨੂੰ ਤੁਸੀਂ ਕਿਉਂ ਐਂ ਕਰਦੇ ਹੋ। ਤੇ ਦੇਖੋ ਜੀ, ਮੈਂ ਹਰੇਕ ਨੂੰ ਤਾਂ ਨਹੀਂ ਆਪਾਂ ਜਵਾਬ ਦੇ ਸਕਦੇ, ਪਰ ਆਪਾਂ ਜਦੋਂ ਤੁਹਾਡੇ ਮੀਡੀਆ ਰਾਹੀਂ ਆਪਾਂ ਜਵਾਬ ਦੇ ਸਕਦੇ ਹਾਂ ਵੀ ਆਪਾਂ ਲੰਗਰ ਦੇ ਵਿੱਚ ਵਿਤਕਰਾ ਨਹੀਂ ਕਰ ਸਕਦੇ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਲੰਗਰ ਆ, ਕਿਸੇ ਬੰਦੇ ਦਾ ਚਲਾਇਆ ਲੰਗਰ ਨਹੀਂ। ਤੇ ਉਸ ਲੰਗਰ ਵਿੱਚ ਕਿਸੇ ਨਾਲ ਕੋਈ ਭੇਦਭਾਵ ਨਹੀਂ, ਭਾਵੇਂ ਕੋਈ ਵੀ ਜਾਤ ਪਾਤ ਹੋਵੇ। ਅਸੀਂ ਕਦੇ ਵੀ ਜਾਤ ਪਾਤ ਦੇਖ ਕੇ ਲੰਗਰ ਨਹੀਂ ਵਰਤਾਉਂਦੇ। ਜੋ ਵੀ ਲੰਗਰ ਵਿੱਚ ਆਉਂਦਾ, ਜਿਹਨੂੰ ਲੋੜ ਆ ਉਹੀ ਆਉਂਦਾ, ਤੇ ਉਹ ਤ੍ਰਿਪਤ ਹੋ ਕੇ ਜਾਂਦਾ ਏ ਉਸ। ਜੀ ਸਰ, ਕਿੰਨੀ ਉਮਰ ਹੈ ਇਸ ਟਾਈਮ ਤੁਹਾਡੀ? ਇਹ ਮੇਰਾ ਜੀ ਦੇਖੋ ਜੀ 94 ਦਾ ਬਰਥ ਆ, ਕਦੇ ਮੈਂ ਸੋਚਿਆ ਨਹੀਂ ਵੀ ਕਿੰਨੀ ਬਣ ਗਈ ਹੋਣੀ ਆ। ਤੇ ਇਹ ਬਾਬਾ ਜੀ ਦਾ ਛੋਟੇ ਵੀਰ ਦਾ 97 ਦਾ ਜੀ। ਮਤਲਬ ਆਪਾਂ ਹੈਗੇ 27-28 ਦੇ ਕਰੀਬ ਆ। ਹਾਂਜੀ ਜੀ। ਤੇ ਤੁਹਾਨੂੰ ਸੇਵਾ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ? ਇਹ ਸੇਵਾ ਦੇ ਵਿੱਚ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਸੀ, ਤਕਰੀਬਨ 11ਵਾਂ ਸਾਲ ਆਰੰਭ ਆ ਜੀ। ਤੇ ਨਿਰੰਤਰ ਨਿਰਵਿਘਨ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ੀ ਆ ਸਾਰੇ ਪਰਿਵਾਰ ਨੂੰ। ਹੁਣ ਪਿੰਡ ਰੂਮੀ ਤੋਂ ਇਹ ਸੇਵਾ ਚੱਲਦੀ ਆ, ਰੋਜ਼ ਤਕਰੀਬਨ 3 ਵਜੇ ਗੱਡੀ ਲੰਗਰ ਲੈ ਕੇ ਰਵਾਨਾ ਹੁੰਦੀ ਹੈ ਜੀ। ਵੀਰ ਜੀ, ਜਦੋਂ ਤੁਸੀਂ ਸੇਵਾ ਸ਼ੁਰੂ ਕੀਤੀ ਸੀਗੀ ਕਰਨੀ, ਤਾਂ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ? ਦੇਖੋ ਜੀ, ਮੈਂ ਫਿਰ ਉਹੀ ਗੱਲ, ਮੈਨੂੰ ਕੋਈ ਕਰੈਕਟ ਤਾਂ ਨਹੀਂ ਯਾਦ ਹੈਗਾ ਵੀ ਹੁਣ ਤੋਂ ਆਪਾਂ 10 ਸਾਲ ਪਿੱਛੇ ਚਲੇ ਜਾਈਏ। 18 ਸਾਲ ਚੜ੍ਹਦੀ ਉਮਰ ਸੀ ਜਮਾ, ਜਿਹੜੀ ਜਵਾਨੀ ਜਦੋਂ ਚੜ੍ਹਨੀ ਸੀਗੀ, ਤਾਂ ਗੁਰੂ ਸਾਹਿਬ ਜੀ ਨੇ ਚੜ੍ਹਦੀ ਜਵਾਨੀ 'ਚ ਹੀ ਆਪਣੇ ਸੇਵਾ ਦੇ ਲੜ ਲਾਇਆ। ਬੜੇ ਧੰਨ ਭਾਗ। ਆਪਾਂ ਵੀ ਕਹਿੰਦੇ ਆ ਵੀ ਆਪਾਂ ਗੁਰੂ ਵਾਲੇ ਬਾਅਦ 'ਚ ਬਣ ਜਾਾਂਗੇ, ਵੀ ਜਵਾਨੀ ਲੰਘਾ ਲਈਏ, ਪਰ ਸੱਚ ਦੱਸੀਏ ਵੀ ਗੁਰੂ ਨੂੰ ਵੀ ਜਵਾਨੂ ਹੀ ਚਾਹੀਦੀ ਆਪਣੀ, ਕਿਉਂਕਿ ਜਵਾਨੀ 'ਚ ਰਹਿ ਕੇ ਆਪਾਂ ਇਹ ਕਾਰਜ ਕਰ ਸਕਦੇ ਹਾਂ ਜੀ। ਸਰ, ਦੇ ਜਿਵੇਂ ਦੇਖਿਆ ਜਾਵੇ, ਜਿਹੜੀ 17-18 ਸਾਲ ਦੀ ਜਿਹੜੀ ਏਜ ਗਰੁੱਪ ਹੁੰਦੀ ਆ, ਉਹਦੇ ਵਿੱਚ ਬਹੁਤ ਨੌਜਵਾਨ ਨੇ ਜਿਹੜੇ ਜਾਂ ਤਾਂ ਆਪਣੇ ਫਿਊਚਰ ਨੂੰ ਦੇਖ ਰਹੇ ਹੁੰਦੇ ਨੇ, ਹੈ ਨਾ, ਆਪਣੀ ਪੜ੍ਹਾਈ ਲਿਖਾਈ ਨੂੰ ਦੇਖ ਰਹੇ ਹੁੰਦੇ ਨੇ, ਜਾਂ ਕਈ ਉਲਟੇ ਕੰਮਾਂ ਦੇ ਵਿੱਚ ਪੈ ਜਾਂਦੇ ਨੇ, ਹੈ ਨਾ। ਤੇ ਜਿਸ ਲੜ ਤੁਸੀਂ ਲੱਗੇ ਹੋ ਉੱਧਰ ਬਹੁਤ ਘੱਟ ਜਾਂਦੇ ਨੇ। ਉਸ ਟਾਈਮ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਸੀਗੇ? ਜੀ, ਸਾਡੇ ਮਨ 'ਚ ਦੇਖੋ ਪਹਿਲੇ ਦਿਨ ਤੋਂ ਸਾਡੇ ਮਾਤਾ ਜੀ ਗੁਰਸਿੱਖੀ ਨਾਲ ਜੁੜੇ ਹੋਏ ਸੀ, ਤਾਂ ਉਹਨਾਂ ਦੇ ਸੰਸਕਾਰ ਸੀ। ਉਹ ਜਦੋਂ ਆਟਾ ਗੁੰਨਦੇ ਹੁੰਦੇ ਆ ਆਪਾਂ, ਅਸੀਂ ਬਾਕੀ ਵੀ ਸਾਰਿਆਂ ਨੂੰ ਬੀਬੀਆਂ ਭੈਣਾਂ ਨੂੰ ਬੇਨਤੀ ਕਰਾਂਗੇ, ਆਪਾਂ ਰਸੋਈ ਦੇ ਵਿੱਚ ਜਦੋਂ ਆਪਾਂ ਆਟਾ ਗੁੰਨਦੇ ਆ, ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆ ਆਪਣੇ ਘਰ ਵਾਸਤੇ, ਤਾਂ ਉਹ ਗੁਰਬਾਣੀ ਪੜ੍ਹਦੇ ਆਟਾ ਗੁੰਨਦੇ ਹੁੰਦੇ ਸੀ। ਵੀ ਗੁਰਬਾਣੀ ਗੁੰਨ ਕੇ ਸਾਨੂੰ ਛਕਾਈ ਹੋਈ ਸੀ, ਵੀ ਉਹ ਸਾਡੇ ਅੰਦਰ ਸੀਗਾ ਪਹਿਲੇ ਦਿਨ ਤੋਂ ਹੀ। ਬਾਕੀ ਅਰਸ਼ਦੀਪ ਸਿੰਘ ਤਾਂ ਜੁੜਿਆ ਹੋਇਆ ਹੀ ਆ ਪਹਿਲੇ ਦਿਨ ਤੋਂ ਨਾ। ਇਹਨਾਂ ਨੇ ਤਾਂ ਸਾਨੂੰ ਵੀ ਸਭ ਨੂੰ ਬਦਲਤਾ ਸੀਗਾ ਵੀ ਆਪਾਂ ਸਾਰੇ 5 ਸਾਲ ਦੀ ਉਮਰ 'ਚ ਹੀ ਸਾਨੂੰ ਇਹਨਾਂ ਨੇ ਕਹਿਤਾ ਸੀਗਾ 2-3 ਵਜੇ ਤਕਰੀਬਨ ਰਾਤ ਦੇ ਸਾਰੇ ਪਰਿਵਾਰ ਨੂੰ ਵੀ ਆਪਾਂ ਸਾਰੇ ਪਰਿਵਾਰ ਨੇ ਗੁਰੂ ਵਾਲੇ ਬੰਨਾ ਖੰਡੇ ਬਾਟੇ ਦੀ ਪੌਲ ਲੈਣੀ ਆ। ਤੇ ਉਹ ਕਿਤੇ ਨਾ ਕਿਤੇ ਉਹ ਅੰਦਰ ਲਾਗ ਸੀਗੀ ਜੋ ਸਾਨੂੰ ਵਿਰਾਸਤ 'ਚ ਮਿਲੀ ਹੋਈ ਸੀ। ਤਾਂ ਉਹ ਗੁਰੂ ਸਾਹਿਬ ਜੀ ਨੇ ਫਿਰ ਹੌਲੀ ਹੌਲੀ ਰਸਤਾ ਵੀ ਸਾਨੂੰ ਉਹੋ ਜਿਹਾ ਦਿੱਤਾ। ਪਹਿਲਾਂ ਹੁੰਦਾ ਸੀ ਮਨ 'ਚ ਸੱਚ ਦੱਸੀਏ, ਝੂਠ ਆਪਣਾ ਬੋਲਣਾ ਕਰਮ ਨਹੀਂ, ਸੱਚ ਬੋਲਾਂਗੇ। ਬਾਬਾ ਜੀ ਦਾ ਆਪਣੇ ਪਹਿਲੇ ਦਿਨ ਤੋਂ ਜੁੜਿਆ ਮੇਰੇ ਮਨ 'ਚ ਵੀ ਚਲੋ ਪਹਿਲਾਂ ਹੁੰਦਾ ਸੀਗਾ ਜਿਵੇਂ ਆਪਾਂ ਰਹਿੰਦੇ ਆ ਯਾਰਾਂ ਵੇਲੀਆਂ ਨਾਲ, ਵੀ ਆਪਾਂ ਇਸ ਤਰ੍ਹਾਂ ਰਵਾਂਗੇ, ਬਾਹਰ ਵੀ ਜਾਵਾਂਗੇ, ਗੱਡੀਆਂ ਬ੍ਰਾਂਡ ਵਗੈਰਾ, ਹੈ ਨਾ, ਇਸ ਤਰ੍ਹਾਂ ਦਾ ਪਹਿਲਾਂ ਬੜਾ ਸ਼ੌਂਕ ਹੁੰਦਾ ਸੀ। ਪਰ ਜਦੋਂ ਇਹ ਸੇਵਾ ਦੇ ਵਿੱਚ ਆਏ ਨਾ, ਤੇ ਅਸੀਂ ਪਿੰਡ 'ਚੋਂ ਗਜਾ ਕਰਦੇ ਹਾਂ ਸਵੇਰੇ ਡੋਰ ਟੂ ਡੋਰ ਜਾ ਕੇ। ਪਹਿਲਾਂ ਅਸੀਂ ਤੁਰ ਕੇ ਗਜਾ ਕਰਦੇ ਹੁੰਦੇ ਸੀ ਕੁੱਸੇ ਪਿੰਡ ਦੇ ਵਿੱਚ, ਤੇ ਫਿਰ ਸੰਗਤ ਸਾਥ ਦਿੰਦੀ ਗਈ। ਸਾਈਕਲ ਤੇ ਥੋੜ੍ਹੇ ਜਿਹੇ ਦਿਨ ਕੀਤੀ, ਫਿਰ ਮੋਟਰਸਾਈਕਲ ਤੇ ਆ ਗਏ, ਉਹ ਵੀ ਖੜਾ ਹੀ ਆਪਣੇ ਹਾਜ਼ਰ, ਹੈ ਨਾ। ਤੇ ਉਹ ਜਦੋਂ ਗਜਾ ਦੀ ਸੇਵਾ ਘਰ ਘਰ ਜਾ ਕੇ ਦੇਖੋ ਮੰਗਣਾ, ਸਾਨੂੰ ਤਾਨੇ ਵੀ ਮਿਲਣ ਲੱਗੇ ਸੀਗੇ ਸਾਡੇ ਰਿਸ਼ਤੇਦਾਰਾਂ ਤੋਂ ਜਾਂ ਜਿੰਨੇ ਵੀ ਸਾਡੇ ਟੱਚ 'ਚ ਨੇ, ਵੀ ਤੁਸੀਂ ਜ਼ਿਮੀਂਦਾਰਾਂ ਜੱਟਾਂ ਦੇ ਪੁੱਤ ਹੋ ਕੇ ਕਿੱਧਰ ਤੁਰ ਪਏ। ਤੇ ਸਾਡਾ ਹੁੰਦਾ ਸੀ ਕਿਸੇ ਨੂੰ ਕੋਈ ਕਦੇ ਜਵਾਬ ਨਹੀਂ ਦਿੱਤਾ। ਸਾਨੂੰ ਅਕਾਲ ਪੁਰਖ ਨੇ ਜੋ ਸੇਵਾ ਲਾਉਣੀ ਸੀ, ਜਦੋਂ ਗਜਾ ਦੀ ਸੇਵਾ ਦੇ ਵਿੱਚ ਪਏ ਘਰ ਘਰ ਜਾ ਕੇ ਹੋਕਾ ਲਾਉਣਾ ਵੀ ਹਸਪਤਾਲਾਂ ਲਈ, ਲੋੜਵੰਦਾਂ ਲਈ ਦੁੱਧ ਪਾ ਦਿਓ, ਪ੍ਰਸ਼ਾਦਾ ਪਾ ਦਿਓ ਨਾ। ਇਸ ਤਰ੍ਹਾਂ ਸਾਡੀ ਆਰੰਭਤਾ ਹੋਈ 18ਵੇਂ ਸਾਲ ਦੇ ਵਿੱਚ। ਉਹ ਵੱਧਦੀ ਹੋਈ ਤੇ ਅੱਜ ਤੱਕ ਕਿੱਥੇ ਤੱਕ ਪਹੁੰਚ ਚੁੱਕੀ ਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਤੇ ਉਹ ਬਸ ਉਹ ਸੇਵਾ ਨੇ ਸਾਡਾ ਜੀਵਨ ਬਦਲ ਦਿੱਤਾ ਜੀ। ਵੀਰ ਜੀ, ਜਿਵੇਂ ਇਹਨਾਂ ਨੇ ਦੱਸਿਆ ਕਿ 4-5 ਸਾਲ ਦੀ ਉਮਰ ਦੇ ਵਿੱਚ ਹੀ ਤੁਸੀਂ ਕਹਿ ਦਿੱਤਾ ਸੀਗਾ ਕਿ, ਤੇ ਉਹ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਬਸ ਜੀ ਕੋਈ ਅੰਦਰ ਹੀ ਮਹਾਰਾਜ ਨੇ ਪ੍ਰਗਟ ਕੀਤੀ ਵੀ ਹੁੰਦੀ ਹੈ ਗੱਲ ਜੀ। ਜੋ ਮੇਰੇ ਹੁਣ ਵੀ ਉਵੇਂ ਆ, ਬਾਈ ਜੀ ਨੂੰ ਤਾਂ ਪਤਾ ਸੁਭਾਅ ਦਾ, ਜੋ ਮੇਰੇ ਅੰਦਰ ਗੱਲ ਆ ਉਹ ਮੈਂ ਫੇਸ ਤੇ ਕਹਿ ਦੇਣੀ ਹੁੰਦੀ ਆ, ਮੈਂ ਜ਼ਿਆਦਾ ਸੋਚਣਾ ਨਹੀਂ, ਨਾ ਅੰਦਰ ਰੱਖਣੀ ਆ ਗੱਲ ਜੀ। ਹਾਂਜੀ 4-5 ਸਾਲ ਦੇ ਬੱਚੇ ਦੇ ਮਨ ਦੇ ਵਿੱਚ ਇੱਕ ਅਜਿਹਾ ਖਿਆਲ ਆਣਾ ਕਿ ਸਾਰੇ ਪਰਿਵਾਰ ਨੂੰ ਬਦਲ ਦੇਣਾ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਮੇਰਾ ਜਾਣੀ ਕਿ ਮਿਸ਼ਨ ਲਾ ਲਓ, ਜਦੋਂ ਮੈਨੂੰ ਸੁਰਤ ਸੰਭਾਲੀ ਤਾਂ ਮੇਰੇ ਅੰਦਰ ਆਪਣੇ ਆਪ ਮਹਾਰਾਜ ਨੇ ਕਿਹਾ ਵੀ ਹੁਣ ਸਾਰੇ ਗੁਰਸਿੱਖ ਆਪਾਂ ਬਣੀਏ ਪਰਿਵਾਰ, ਤੇ ਮਹਾਰਾਜ ਨੇ ਆ ਸੇਵਾ ਬਖਸ਼ਣੀ ਸੀ ਬਾਅਦ ਦੇ ਵਿੱਚ। ਆਪਾਂ ਨੂੰ ਤਾਂ ਉਦੋਂ ਨਹੀਂ ਇੰਨਾ ਪਤਾ ਸੀ ਜੀ, ਪਰ ਜੋ ਬਾਣੀ ਬਾਣੇ ਨਾਲ ਪਿਆਰ ਆ ਉਹ ਮੇਰਾ ਬਚਪਨ ਤੋਂ ਵੀ, ਜਾਣੀ ਜਦੋਂ ਦੀ ਸੁਰਤ ਸੰਭਾਲੀ ਆ ਉਦੋਂ ਤੋਂ ਬਹੁਤ ਜ਼ਿਆਦਾ ਹੈਗਾ ਜੀ। ਜੇ ਤੁਸੀਂ ਪਰਿਵਾਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਪਰਿਵਾਰ ਦਾ ਅੱਗੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਸੀ? ਜੀ ਬਹੁਤ ਵਧੀਆ ਰਿਸਪੌਂਸ ਆ ਜੀ। ਪਹਿਲੇ ਬੋਲ ਮੇਰੀ ਗੱਲ ਮੰਨੀ ਤੇ ਸਾਰਿਆਂ ਨੇ ਅੰਮ੍ਰਿਤਧਾਰੀ ਹੋਏ, ਉਹ ਤਾਂ ਮੈਨੂੰ ਪਤਾ ਮੈਨੂੰ ਕਿੰਨੀ ਖੁਸ਼ੀ ਮਿਲੀ ਆ ਉਹ ਚੀਜ਼ ਦੀ, ਕਿਸੇ ਨੇ ਵਿਰੋਧ ਨਹੀਂ ਕੀਤਾ ਇਹ ਗੱਲ ਦਾ ਜੀ। ਉਸ ਤੋਂ ਬਾਅਦ ਫਿਰ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਆਣੇ ਸ਼ੁਰੂ ਹੋਏ? ਬਦਲਾਵ ਕਿਉਂਕਿ ਮਾਤਾ ਜੀ ਤਾਂ ਪਹਿਲੇ ਤੋਂ ਨਹੀਂ ਜੁੜੇ ਹੋਏ ਸੀਗੇ, ਮਾਤਾ ਜੀ ਦਾ ਮਨ ਦੀ ਚਲੋ ਆਸ ਵੀ ਪੂਰੀ ਹੋ ਗਈ, ਉਹਨਾਂ ਨੂੰ ਹੁੰਦਾ ਸੀ, ਤੇ ਬਾਪੂ ਜੀ ਸਾਰੇ, ਤੇ ਉਸ ਤੋਂ ਬਾਅਦ ਚ ਮਾਤਾ ਬਾਪੂ ਨੇ ਵੀ ਸਾਨੂੰ ਇਹੀ ਸਿਖਾਇਆ ਵੀ ਹਮੇਸ਼ਾ ਆਪਾਂ ਲੋੜਵੰਦਾਂ ਲਈ ਖੜਨਾ ਜੀ। ਮਾਤਾ ਸਾਡੀ ਜਦੋਂ ਵੀ ਅਰਦਾਸ ਕਰਦੇ ਉਹ ਮਾਇਆ ਨਹੀਂ ਮੰਗਦੇ ਸੀ ਜਾਂ ਕੋਈ ਪਦਾਰਥ ਨਹੀਂ ਮੰਗਦੇ ਸੀ, ਉਹ ਕਹਿੰਦੇ ਵੀ ਸਿੱਖੀ ਮਿਲੇ ਘਰ ਨੂੰ ਸਾਡੇ ਨੂੰ। ਫਿਰ ਸਿੱਖੀ ਦੇ ਵਿੱਚ ਤਾਂ ਕਨਸੈਪਟ ਇਹੀ ਆ ਵੀ ਆਪਾਂ ਬਣਾਉਣ ਦਾ ਨਹੀਂ ਲੁਟਾਉਣ ਦਾ ਹੈਗਾ, ਵੀ ਆਪਾਂ ਵੰਡ ਕੇ ਛਕੀਏ, ਨਾ ਕਿ ਆਪਾਂ ਬਣਾ ਰੱਖੀ ਜਾਈਏ ਜੀ। ਹਾਂਜੀ। ਤੇ ਸਰ ਜਿਵੇਂ ਤੁਸੀਂ ਕਿਹਾ ਕਿ ਜਦੋਂ ਤੁਹਾਡੇ ਛੋਟੇ ਵੀਰ ਆਏ ਪਰਿਵਾਰ ਦੇ ਵਿੱਚ ਕਾਫੀ ਚੇਂਜਸ ਆਏ, ਕਾਫੀ ਕੁਝ ਵੇਖਣ ਨੂੰ ਮਿਲਿਆ, ਕਿ ਕਿਸ ਤਰ੍ਹਾਂ ਦੇ ਚੇਂਜਸ ਆ ਜਿਹੜੇ ਕਿ ਦੇਖਣ ਨੂੰ ਮਿਲੇ? ਜੀ ਦੇਖੋ, ਸਭ ਤੋਂ ਵੱਡਾ ਤਾਂ ਚੇਂਜ ਆ ਜਦੋਂ ਗੁਰੂ ਦੇ ਲੜ ਲੱਗੇ ਸਾਰਾ ਪਰਿਵਾਰ, ਐਡੇ ਵੱਡੇ ਸਾਡੇ ਲਈ ਭਾਗ ਵਾਲਾ ਦਿਨ ਸੀ ਵੀ ਸਾਡੇ ਬਾਪੂ ਜੀ ਪਹਿਲਾਂ ਘਰ ਦਾ ਮਾਹੌਲ ਦੇਖੋ, ਡਰਿੰਕ ਪੀ ਕੇ ਕੀ ਕੁਛ ਹੁੰਦਾ ਪਿੰਡਾਂ ਦੇ ਵਿੱਚ ਨਾ, ਤੇ ਸਾਡੇ ਲਈ ਤਾਂ ਸਾਡੀ ਮਾਤਾ ਲਈ ਤਾਂ ਇੱਕ ਸਵਰਗ ਬਣ ਗਿਆ ਉਸੇ ਦਿਨ ਤੋਂ ਸਾਡੇ ਸਾਰਿਆਂ ਦਾ। ਸਾਰਿਆਂ ਨੇ ਇਕੱਠੇ ਬਹਿ ਕੇ ਨਿਤਨੇਮ ਕਰਨਾ, ਗੁਰਬਾਣੀ ਪੜ੍ਹਨੀ, ਕੋਈ ਧਾਰਮਿਕ ਕਿਤੇ ਵੀ ਸਮਾਗਮ ਲਿਖਿਆ ਹੋਵੇ ਅਸੀਂ ਸਾਰਿਆਂ ਨੇ ਜਾਣਾ। ਉਸ ਟਾਈਮ ਅਸੀਂ ਬੱਸਿਆਂ ਤੇ ਚੜ੍ਹ ਜਾਂਦੇ ਹੁੰਦੇ ਸੀ ਮਾਤਾ ਬਾਪੂ ਨਾਲ, ਸਾਨੂੰ ਯਾਦ ਆ। ਦੇਖੋ ਐਡਾ ਵੱਡਾ, ਸਭ ਤੋਂ ਵੱਡਾ ਚੇਂਜ ਤਾਂ ਇਹੀ ਉਹਨਾਂ ਨੇ ਵੀ ਗੁਰੂ ਸਾਹਿਬ ਜੀ ਨੇ ਬੁਲਾ ਕੇ ਆਪਣੇ ਲੜ ਲਾ ਲਿਆ, ਖੰਡੇ ਬਾਟੇ ਦੀ ਪੌਲ ਮਿਲੀ। ਫਿਰ ਜੋ ਮਾਤਾ ਦੇ ਸੰਸਕਾਰ ਸਾਡੇ ਨਾਲ ਚੱਲਦੇ ਆ ਰਹੇ ਸੀਗੇ ਵੀ ਅਸੀਂ ਇਸ ਪਾਸੇ ਜੁੜੇ ਰਹੇ ਪਹਿਲੇ ਦਿਨ ਤੋਂ। ਗੁਰੂ ਸਾਹਿਬ ਜੀ ਨੇ ਹੌਲੀ ਹੌਲੀ ਸਾਨੂੰ ਚੇਂਜ ਕਰਦੇ ਪਰਿਵਾਰ ਨੂੰ, ਹੁਣ ਸਾਡਾ ਸਾਰਾ ਪਰਿਵਾਰ ਹੀ ਸਵੇਰੇ 3 ਵਜੇ ਆਰੰਭ ਹੋ ਜਾਂਦਾ ਆਪਣੇ ਲੰਗਰ ਬਣਨਾ। ਮਾਤਾ ਜੀ ਬਾਪੂ ਜੀ ਉੱਠਣ ਸਾਰ ਅਸੀਂ ਤਾਂ 1 ਵਜੇ ਤਕਰੀਬਨ ਜਾ ਕੇ ਸੌਂਦੇ ਆ, ਮਤਲਬ ਆਰਾਮ 'ਚ ਹੁੰਦੇ ਆ, ਸਾਡੀ ਟਾਈਮਿੰਗ ਇੰਨੀ ਬਣ ਜਾਂਦੀ ਆ। ਤੇ ਉਦੋਂ ਉਹਨਾਂ ਨੇ ਉੱਠ ਖੜਨਾ, ਉੱਠਣ ਸਾਰ ਦਾਲ ਪਾਣੀ ਤੇ ਆਰੰਭ ਕਰਨ ਲੱਗ ਜਾਣਾ। ਫਿਰ ਤਕਰੀਬਨ ਸਾਰਾ ਕੁਝ ਕਰਦਿਆਂ ਨੂੰ ਹੌਲੀ ਹੌਲੀ ਸੰਗਤ ਸਾਰੀ ਪਿੰਡ ਦੀ ਵੀ ਆਉਂਦੀ ਆ, ਤੇ ਪੂਰੇ 3 ਵਜੇ ਤੱਕ ਲਗਾਤਾਰ ਲੱਗੇ ਰਹਿਣਾ। ਤੇ ਅਸੀਂ ਉਦੋਂ ਨੂੰ ਗਜਾ ਕਰਨ ਨਿਕਲੇ ਹੁੰਦੇ ਆ ਪਿੰਡਾਂ 'ਚੋਂ, ਬਸ ਅਸੀਂ 3 ਵਜੇ ਆਉਂਦੇ ਆ, ਆਉਣ ਸਾਰ ਬਸ ਗੱਡੀ 'ਚ ਟਰਾਲੀ ਲੋਡ ਕਰਕੇ ਤੇ ਨਾਲ ਹੀ ਅਸੀਂ ਪ੍ਰਸ਼ਾਦੇ ਨੂੰ ਨਿਕਲ ਜਾਣਾ। ਹੁਣ ਅਸੀਂ ਵਰਤਾਉਂਦਿਆਂ ਨਹੀਂ ਜਾਣਾ, ਹਸਪਤਾਲਾਂ ਦੇ ਵਿੱਚ ਆ ਗਏ, ਬੱਚਿਆਂ 'ਚ ਆ ਗਏ, ਤੇ ਲੋੜਵੰਦਾਂ 'ਚ ਜਿਨ੍ਹਾਂ ਦੇ ਚੁੱਲ੍ਹਾ ਵੀ ਨਹੀਂ ਤਪਦਾ ਇੱਕ ਟਾਈਮ ਦਾ। ਫਿਰ ਆਪਾਂ ਝਾਂਸੀ ਰਾਣੀ ਚੌਂਕ ਸਾਰੇ ਹਸਪੀਟਲ ਇੱਥੋਂ ਦੇ ਕਵਰ ਕਰਕੇ ਫਿਰ ਅਸੀਂ ਮੋਗੇ ਚਲੇ ਜਾਣਾ, ਤੇ ਮੋਗੇ ਵੀ ਸਾਰੇ ਹਸਪੀਟਲ ਤੇ ਲੋੜਵੰਦ ਕਵਰ ਕਰਦੇ ਆਪਾਂ। ਮੋਗੇ ਜਾ ਕੇ 9-10 ਵਜੇ ਸਮਾਪਤੀ ਅਸੀਂ ਕਰਦੇ ਹਾਂ ਜੀ। ਤੇ ਰਸਤੇ ਵਿੱਚ ਕੋਈ ਵੀ ਲੋੜਵੰਦ, ਇਹ ਗੱਡੀ ਦੀ ਇੱਕ ਪਹਿਚਾਣ ਆ, ਕਿਉਂਕਿ ਕਰੋਨਾ ਟਾਈਮ ਤੁਸੀਂ ਵੀ ਜਾਣਦੇ ਹੋ ਵੀ ਉਹ ਟਾਈਮ ਆਇਆ ਸੀ, ਲੋਕ ਘਰਾਂ 'ਚੋਂ ਨਿਕਲਦੇ ਨਹੀਂ ਸੀਗੇ, ਹਸਪਤਾਲ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਸੀ। ਤੇ ਸਤਿਗੁਰ ਜੀ ਦੀ ਕਿਰਪਾ ਰਹੀ, ਉਦੋਂ ਡੇਲੀ ਆਪਾਂ 5 ਤੋਂ 7,000, ਹੁਣ ਆਪਣਾ 1500 ਤੋਂ 2,000 ਦਾ ਟਾਰਗੇਟ ਹੁੰਦਾ, ਉਦੋਂ 5,000 ਤੋਂ 7,000 ਇਨਸਾਨਾਂ ਨੂੰ ਲੋਕਡਾਊਨ ਦੇ ਵਿੱਚ ਹਰ ਰੋਜ਼ ਲੰਗਰ ਵਰਤਾਇਆ ਜਾਂਦਾ ਸੀਗਾ। ਕਿਉਂ ਕਰਕੇ ਉਦੋਂ ਸਾਨੂੰ ਬੇਨਤੀ ਕਰਦੀ ਸੀ ਸੰਗਤ ਨੇ, ਉਹਨਾਂ ਦਾ ਵੀ ਕਸੂਰ ਨਹੀਂ ਸੀ, ਜਿਨ੍ਹਾਂ ਨੇ ਜਿੰਨਾ ਕਮਾਉਣਾ ਉਹਦੇ ਨਾਲ ਹੀ ਗੁਜ਼ਾਰਾ ਕਰਨਾ। ਤੇ ਆਪਾਂ ਸੋਚ ਸਕਦੇ ਆ ਵੀ ਉਹਨਾਂ ਦੇ ਕਿਹੋ ਜਿਹੇ ਹਾਲਾਤ ਹੋਣਗੇ। ਉਹਨਾਂ ਨੇ ਕਹਿ ਕੇ ਸਾਨੂੰ ਕਿਹਾ ਸੀ ਵੀ ਅਸੀਂ ਉਹਨਾਂ ਟਾਈਮ ਲੰਗਰ ਛਕਣਾ ਜਿੰਨਾ ਟਾਈਮ ਕਿੱਤਾ ਸਾਡਾ ਨਹੀਂ ਚੱਲਦਾ। ਬਾਕੀ ਪਰਿਵਾਰ ਤਾਂ ਉਹ ਜੁੜੇ ਆ ਜਿਨ੍ਹਾਂ ਦੇ ਕਮਾਉਣ ਵਾਲਾ ਕੋਈ ਰਿਹਾ ਹੀ ਨਹੀਂ। ਤੇ ਉਸ ਟਾਈਮ ਵੀ ਇੰਨੇ ਵੱਡੇ ਪੱਧਰ ਤੇ ਰਹਿਣਾ, ਤੇ ਸਤਿਗੁਰੂ ਜੀ ਨੇ ਸਰੀਰਾਂ ਨੂੰ ਵੀ ਕੋਈ ਰੋਗ ਨਹੀਂ ਲੱਗਣ ਦਿੱਤਾ, ਇੰਨੀ ਸੰਗਤ ਵਿੱਚ ਵਿਚਰੇ ਵੀ, ਤੇ ਉਸ ਟਾਈਮ ਵੀ ਸੇਵਾ ਜਾਰੀ ਰਹੀ। ਹੁਣ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਸੇਵਾ ਨਿਰੰਤਰ ਜਾਰੀ ਆ, ਤੇ ਸਾਡਾ ਸੁਪਨਾ ਵੀ ਆ, ਅਸੀਂ ਗੁਰੂ ਨੂੰ ਸਭ ਕੁਝ ਸੌਂਪਤਾ ਆਪਣਾ, ਜਿੰਨੇ ਸਾਡੇ ਸਵਾਸ ਨੇ, ਅਸੀਂ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹੀਏ ਜੀ। ਸਰ ਕਿਸ ਤਰ੍ਹਾਂ ਬੁਲਾਇਆ ਜਾਂਦਾ ਸੰਗਤਾਂ ਨੂੰ ਬਾਹਰ ਜਦੋਂ ਗੱਡੀ ਆਉਂਦੀ ਆ, ਤੇ ਉਡੀਕ ਕਰ ਰਹੇ ਹੁੰਦੇ ਨੇ ਖਾਣ ਦੀ? ਜੀ ਬਿਲਕੁਲ ਜੀ, ਦੇਖੋ ਪੱਕਾ ਆਪਣੇ ਸਾਰੇ ਪਰਿਵਾਰ ਨੇ, ਜਿਵੇਂ ਹਸਪੀਟਲ ਨੇ ਬਸ ਉਤਰਨ ਸਾਰ ਨਾਲ ਕਮਰਿਆਂ ਵਿੱਚ ਆਪਾਂ ਅਨਾਉਂਸਮੈਂਟ ਕਰਿਆ ਆਉਣੀ ਆ, ਤੇ ਤੁਸੀਂ ਦੇਖਿਆ ਵੀ ਸੰਗਤ ਆਉਂਦੀ ਹੈ ਜੋੜੇ ਲਾ ਕੇ ਤੇ ਸਿਰ ਢੱਕ ਕੇ, ਸਾਰੇ ਮਰਿਆਦਾ ਸਤਿਕਾਰ ਰੱਖ ਕੇ ਆਉਂਦੇ ਨੇ। ਇਸ ਤਰ੍ਹਾਂ ਇੱਕ ਮੈਂਬਰ ਆਉਂਦਾ, ਸਾਰਿਆਂ ਦਾ ਪ੍ਰਸ਼ਾਦਾ ਪਾਣੀ ਕਮਰਿਆਂ 'ਚ ਲਿਜਾ ਕੇ ਆਰਾਮ ਨਾਲ ਬਹਿ ਕੇ ਸਾਰੇ ਛਕਦੇ ਨੇ। ਤੇ ਕਈ ਹਸਪੀਟਲਾਂ ਵਿੱਚ ਰਿਸੈਪਸ਼ਨ ਤੇ ਆਪਣੇ ਲੱਗੇ ਹੁੰਦੇ ਅਨਾਉਂਸਮੈਂਟ ਕਰਨ ਵਾਲੇ ਮਾਈਕ, ਤੇ ਕਈ ਹਸਪੀਟਲਾਂ 'ਚ ਆਪਾਂ ਮਾਈਕ ਦੀ ਕਹਿ ਦਿੰਦੇ ਆ। ਨਹੀਂ ਆਪਾਂ ਇੱਕ ਵਾਰ ਉਤਰਨ ਸਾਰ ਗੱਡੀ 'ਚ ਮੈਂ ਹੁੱਕਾ ਲਾਉਣ ਚਲੇ ਜਾਣਾ, ਤੇ ਬਾਬਾ ਜੀ ਨੇ ਆਪਣੇ ਅਰਸ਼ਦੀਪ ਸਿੰਘ ਨੇ ਗੱਡੀ ਲਾ ਕੇ ਨਗਾਰਾ ਵਜਾ ਦੇਣਾ। ਇਹ ਨਗਾਰੇ ਦਾ ਵੀ ਇੱਕ ਜ਼ਰੂਰੀ ਤੱਤ ਆ ਜੀ। ਕਈ ਸੋਚਦੇ ਆ ਵੀ ਨਗਾਰਾ ਕਿਉਂ ਵਜਾਇਆ ਜਾਂਦਾ, ਵੀ ਇਹ ਕਿਸ ਤਰ੍ਹਾਂ, ਅਸੀਂ ਤਾਂ ਇਸ ਚੀਜ਼ ਨੂੰ ਘੱਟ ਦੇਖਿਆ। ਦੇਖੋ ਜੀ, ਇਹ ਮਰਿਆਦਾ ਖਾਲਸਾ ਪੰਥ ਦੀ, ਜਦੋਂ ਸਿੰਘਾਂ ਦੇ ਵਿੱਚ ਨਿਸ਼ਾਨ ਤੇ ਨਗਾਰਾ, ਉੱਥੇ ਹੀ ਗੁਰਦੁਆਰਾ, ਠੀਕ ਹੈ। ਨਿਸ਼ਾਨ ਤੇ ਨਗਾਰੇ
ਇਹ ਆਪਣੇ ਧਾਰਮਿਕ ਚੈਨਲ ਨੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ 10ਵੇਂ ਪਾਤਸ਼ਾਹ ਜੀ ਨੇ ਨੰਦੇੜ ਤੋਂ ਤੋੜਿਆ ਪੰਜਾਬ ਨੂੰ, ਉਹਨਾਂ ਨੂੰ ਵੀ 5 ਨਿਸ਼ਾਨ ਤੇ ਨਗਾਰੇ ਬਖਸ਼ ਕੇ ਤੋਰਿਆ ਸੀ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਖਾਲਸਾ ਪੰਥ ਦੀ ਜਿੰਨੀ ਮਰਿਆਦਾ ਕਾਇਮ ਰੱਖੀ ਜਾ ਸਕੇ ਆਪਾਂ ਰੱਖੀਏ, ਕਿਉਂਕਿ ਪੁਰਾਣੇ ਸਮੇਂ 'ਚ ਸਿੰਘਾਂ ਦਾ ਅਸੂਲ ਹੁੰਦਾ ਸੀਗਾ ਜਦੋਂ ਜੰਗ ਨੂੰ ਚੜ੍ਹਨਾ ਉਦੋਂ ਦਾ ਨਗਾਰਾ ਵੱਜਣਾ ਹੀ ਵੱਜਣਾ। ਤੇ ਬਾਕੀ ਵੀ ਜਦੋਂ ਵੀ ਲੰਗਰ ਤਿਆਰ ਹੋ ਜਾਂਦਾ ਸੀ ਸਾਰਾ ਤੇ ਉਹਨਾਂ ਦਾ ਅਸੂਲ ਸੀਗਾ ਵੀ ਉਦੋਂ ਉਹਨਾਂ ਨੇ ਨਗਾਰਾ ਵਜਾ ਦੇਣਾ ਵੀ ਜਿੱਥੇ ਤੱਕ ਆਵਾਜ਼ ਜਾਂਦੀ ਹੈ ਨਗਾਰੇ ਦੀ, ਕੋਈ ਢਿੱਡ ਭੁੱਖਾ ਲੋੜਵੰਦ ਨਾ ਤੁਰਦਾ ਹੋਵੇ, ਹੈ ਨਾ, ਕੋਈ ਇਸ ਤਰ੍ਹਾਂ ਦਾ ਇਨਸਾਨ ਹੋਵੇ ਤਾਂ ਉਹ ਨਗਾਰੇ ਦੀ ਆਵਾਜ਼ ਸੁਣ ਕੇ ਆ ਜਾਂਦਾ ਸੀ। ਅਸੀਂ ਪ੍ਰੈਕਟੀਕਲ ਕਰਦੇ ਹਾਂ ਇਸ ਚੀਜ਼ ਨੂੰ। ਮਤਲਬ ਹੁਣ ਨਗਾਰਾ ਤੁਹਾਡੇ ਵੱਲੋਂ ਵਜਾਇਆ ਜਾਂਦਾ ਕਿ ਹਰ ਇੱਕ ਨੂੰ ਪਤਾ ਲੱਗ ਜਾਂਦਾ ਹੈ ਕਿ ਲੰਗਰ ਦੀ ਸੇਵਾ ਜਿਨ੍ਹਾਂ ਵੱਲੋਂ ਕੀਤੀ ਜਾ ਰਹੀ ਉਹ ਆ ਗਏ ਨੇ ਤੇ ਕੋਈ ਵੀ ਹੁਣ ਭੁੱਖਾ ਨਹੀਂ ਰਹਿ ਸਕਦਾ, ਆ ਕੇ ਲੰਗਰ ਛਕ ਸਕਦੇ। ਜੀ ਇਹ 10ਵੇਂ ਪਾਤਸ਼ਾਹ ਜੀ ਦੀ ਚਲਾਈ ਮਰਿਆਦਾ ਦੇਖੋ ਜੀ। ਨਗਾਰਾ ਅਸੀਂ ਇੱਥੇ ਵੀ ਵਜਾਉਂਦੇ ਹਾਂ, ਜਦੋਂ ਵੀ ਵਜਾਉਂਦੇ ਹਾਂ, ਸਾਡੇ ਤਾਂ ਇਹ ਇਲਾਕੇ ਵਿੱਚ ਜਿੱਥੇ ਜਿੱਥੇ ਜਾਂਦੇ ਨਗਾਰੇ ਦੀ ਪਹਿਚਾਣ ਆ ਜੀ। ਇੱਕ ਹੋਰ ਵੀ ਗੱਲ ਆ ਵੀ ਸਿੰਘਾਂ ਤੇ 18ਵੀਂ ਸਦੀ 'ਚ ਇਹ ਵੀ ਸਮਾਂ ਆਇਆ ਸੀ ਜਦੋਂ ਜੰਗਲਾਂ 'ਚ ਹੀ ਰਹਿ ਕੇ ਗੁਜ਼ਾਰਾ ਕਰਨਾ ਪਿਆ। ਉਸ ਟਾਈਮ ਵੀ ਕਿਤੋਂ ਕਈ ਦਿਨ ਪ੍ਰਸ਼ਾਦਾ ਨਹੀਂ ਮਿਲਦਾ ਸੀਗਾ ਤੇ ਪ੍ਰਸ਼ਾਦਾ ਜਦੋਂ ਮਾੜਾ ਮੋਟਾ ਇਕੱਠਾ ਕਰਕੇ ਬਣਾਉਣਾ ਆਟੇ ਦਾ ਨਾ, ਤੇ ਫਿਰ ਉਦੋਂ ਵੀ ਹੁੰਦਾ ਭਾਵੇਂ 3 ਜਣਿਆਂ ਦਾ ਸੀਗਾ, ਪਰ ਉਹਨਾਂ ਨੇ ਫੇਰ ਵੀ ਨਗਾਰਾ ਵਜਾਉਣਾ ਵੀ ਕੋਈ ਲੋੜਵੰਦ ਆ ਤਾਂ ਪਹਿਲਾਂ ਤੁਸੀਂ ਆ ਕੇ ਛਕੋ ਫਿਰ ਅਸੀਂ ਛਕਾਂਗੇ। ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਆ ਵੀ ਅਸੀਂ ਵੀ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਸਕੀਏ ਤੇ ਲੋੜਵੰਦਾਂ ਸੰਗਤਾਂ ਤੇ ਮਰੀਜ਼ਾਂ ਤੱਕ ਇਸੇ ਤਰ੍ਹਾਂ ਲੰਗਰ ਦੀ ਸੇਵਾ ਪਹੁੰਚਾ ਸਕੀਏ ਜੀ। ਸਰ ਸਵੇਰੇ ਕਿੰਨੇ ਵਜੇ ਨਿਕਲਦੇ ਹੋ ਤੁਸੀਂ ਲੰਗਰ ਵਰਤਾਉਣ ਦੇ ਲਈ ਤੇ ਰਾਤ ਨੂੰ ਕਿੰਨੇ ਟਾਈਮ ਤੁਸੀਂ ਵਾਪਸ ਘਰ ਨੂੰ ਜਾਂਦੇ ਹੋ? ਜੀ ਦੇਖੋ ਜੀ, ਸਾਡਾ ਜਦੋਂ ਹੀ ਸਵੇਰੇ ਅੱਖ ਖੁੱਲ੍ਹਦੀ ਆ ਤੇ ਸਾਡੀ ਆਰੰਭਤਾ ਹੋ ਜਾਂਦੀ ਹੈ ਸੇਵਾ ਦੀ ਨਾਲ ਹੀ। ਉੱਠਣ ਸਾਰ ਤਿਆਰ ਬਰ ਤਿਆਰ ਹੋ ਕੇ ਆਪਦੀ ਕਿਰਿਆ ਕਰਕੇ ਨਿਤਨੇਮ ਤੋਂ ਬਾਅਦ 'ਚ ਤੇ ਅਸੀਂ ਚਾਲਾ ਮਾਰਨਾ ਹੁੰਦਾ ਗਜਾਂ ਨੂੰ। ਸਾਡੇ ਮਾਤਾ ਜੀ ਤਿਆਰੀ ਕਰ ਰਹੇ ਹੁੰਦੇ ਆ ਪ੍ਰਸ਼ਾਦੇ ਪਾਣੀ ਦੀ, ਸਾਡਾ ਸਾਰਾ ਪਰਿਵਾਰ ਤੇ ਸਾਡੇ ਪਿੰਡ ਦੀ ਸੰਗਤ। ਉਹ ਅਸੀਂ ਮੋਟਰਸਾਈਕਲ ਦੇ ਉੱਪਰ ਨਿਕਲਣਾ ਤੇ ਪਿੰਡਾਂ ਦੇ ਵਿੱਚੋਂ ਡੋਰ ਟੂ ਡੋਰ ਜਾ ਕੇ ਗਜਾ ਕਰਨ ਚੱਲ ਜਾਣਾ। ਸਾਨੂੰ ਤਕਰੀਬਨ 4-5 ਘੰਟੇ ਲੱਗਦੇ ਆ। ਮੰਨ ਲਓ 9 ਵਜੇ ਵੀ ਅਸੀਂ ਤੁਰਦੇ ਆ ਤਾਂ 4-5 ਘੰਟਿਆਂ 'ਚ ਅਸੀਂ ਵਾਪਸ ਆਉਂਦੇ ਆ। ਤੇ ਇਹ ਸਾਡੀ ਰੁਟੀਨ ਆ। ਜਦੋਂ ਅਸੀਂ ਬਸ ਵਾਪਸ ਆਉਣਾ, ਤੁਹਾਨੂੰ ਦੱਸਿਆ ਸੀ ਇੱਧਰ ਲੰਗਰ ਪਾਣੀ ਉਦੋਂ ਨੂੰ ਸਾਰਾ ਤਿਆਰ ਹੋਇਆ ਪਿਆ ਹੁੰਦਾ, ਬਸ ਮੋਟਰਸਾਈਕਲ ਖੜਾਉਣੇ ਆ, ਜੋ ਇਕੱਠਾ ਹੋਇਆ ਉਹ ਇਹਨਾਂ ਵਿੱਚ ਮਿਲਾ ਲੈਣਾ। ਕਿਉਂਕਿ ਲੰਗਰ ਬਹੁਤ ਬਣਨਾ ਹੁੰਦਾ, ਗਜਾ ਤੇ ਇੰਨਾ ਤਾਂ ਅਸੀਂ ਇਕੱਠਾ ਕਰ ਨਹੀਂ ਸਕਦੇ। ਉਹਦਾ ਸਾਡਾ ਇੱਕ ਮਨੋਰਥ ਆ ਵੀ ਅਸੀਂ ਗਜਾ ਨਾਲ ਜੁੜੇ ਰਹੀਏ। ਉਹਦਾ ਕਾਰਨ ਆ ਵੀ ਆਪਾਂ ਆਪਣੀ ਔਕਾਤ 'ਚ ਰਹਿੰਦੇ ਆ। ਤੁਹਾਨੂੰ ਸਿੱਧੀ ਭਾਸ਼ਾ ਪੰਜਾਬੀ ਦੀ ਗੱਲ ਆ ਵੀ ਮਨ ਵਿੱਚ ਹੰਕਾਰ ਨਹੀਂ ਆਉਂਦਾ। ਜੇ ਸੇਵਾ ਦੇ ਵਿੱਚ ਰਹਿਣਾ ਵਾ ਤੇ ਹੰਕਾਰ ਦੀ ਇੱਥੇ ਕੋਈ ਜਗ੍ਹਾ ਨਹੀਂ। ਹਰ ਜੀਓ ਹੰਕਾਰ ਨਾ ਭਾਵੇ ਵੇਦ ਕੂਕ ਪੁਕਾਰੇ। 10ਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਆਉਂਦਾ, ਗੁਰੂ ਸਾਹਿਬ ਜੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਬਈ ਹੰਕਾਰ ਨਹੀਂ ਕਰਨਾ ਚਾਹੀਦਾ। ਇਸ ਲਈ ਅਸੀਂ ਗਜਾ ਦੀ ਸੇਵਾ ਰੱਖਦੇ ਹੀ ਆ ਪੱਕੇ ਤੌਰ ਤੇ। ਉਦੋਂ ਬਾਅਦ ਫਿਰ ਆਪਾਂ ਤੁਰ ਪੈਣਾ। ਹੁਣ ਅਸੀਂ ਸੇਵਾ ਤੇ ਆ, ਬਸ ਇਸੇ ਤਰ੍ਹਾਂ ਹਸਪਤਾਲਾਂ 'ਚ ਦੁੱਧ ਦਾ ਪ੍ਰਸ਼ਾਦਾ, ਖਿਚੜੀ, ਦਾਲ ਸਬਜ਼ੀ ਦਾ ਲੰਗਰ ਵਰਤਾਈ ਜਾਣਾ ਜੀ। ਕਦੀ ਲੰਗਰ ਵਰਤਾਉਂਦੇ ਹੋਏ ਕੋਈ ਐਸੀ ਘਟਨਾ ਵਾਪਰੀ ਹੋਵੇ ਜਿਵੇਂ ਕਿਸੇ ਨੇ ਕੁਝ ਕਹਿ ਦਿੱਤਾ ਹੋਵੇ ਤੇ ਗੱਲ ਦਿਲ ਨੂੰ ਲੱਗ ਗਈ ਹੋਵੇ ਕਿਸੇ ਸੰਗਤ ਵੱਲੋਂ? ਜੀ ਦੇਖੋ ਜੀ, ਇਹ ਤਾਂ ਬੇਹਿਸਾਬ ਆ। ਜਿੰਨੇ ਅਸੀਂ ਤਕਰੀਬਨ 500 ਤੋਂ 700 ਪਰਿਵਾਰ ਤਾਂ ਸਾਡੇ ਇਹੋ ਜਿਹੇ ਨੇ ਜਿਹੜੇ ਬਾਹਲੀ ਲੋੜਵੰਦ ਨੇ, ਜਿਹੜੇ ਸਾਡਾ ਪਰਿਵਾਰ ਨੇ। ਅਸੀਂ ਕਹਿਣ ਦੀ ਗੱਲ ਨਹੀਂ, ਮੈਂ ਹਮੇਸ਼ਾ ਕਹਿਣਾ ਹੁੰਦਾ, ਕੋਈ ਵੀ ਨਾ ਜਦੋਂ ਇਸ ਗੱਲ 'ਤੇ ਆਪ ਨੂੰ ਸਵਾਲ ਕਰਦਾ ਵੀ ਉਹ ਕਹਿਣ ਦੀ ਗੱਲ ਨਹੀਂ, ਸੱਚੀ ਸਾਡੇ ਪਰਿਵਾਰ ਨੇ। ਜਿੰਨਾ ਟਾਈਮ ਅਸੀਂ ਉਹ ਸੰਗਤਾਂ 'ਚ ਲੰਗਰ ਨਹੀਂ ਵਰਤਾਉਂਦੇ ਉਹਨਾਂ ਟਾਈਮ ਅਸੀਂ ਆਪ ਛਕਦੇ ਨਹੀਂ। ਸਾਨੂੰ ਉਹਨਾਂ ਟਾਈਮ ਚੰਗਾ ਨਹੀਂ ਲੱਗਦਾ ਜਿੰਨਾ ਟਾਈਮ ਅਸੀਂ ਸਾਰਿਆਂ 'ਚ ਵਰਤਾ ਨਾ ਸਕੀਏ। ਕਿਉਂਕਿ ਸਾਡੇ 'ਤੇ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ, ਤੁਹਾਨੂੰ ਦੱਸਿਆ ਸੀ, ਗੁਰਦੁਆਰਾ ਤਖਤਪੁਰਾ ਸਾਹਿਬ ਸਾਡੇ ਮੈਨੇਜਰ ਮਾਮਾ ਰਜਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸੇਵਾ ਆਰੰਭ ਕਰਾਈ ਸਤਿਗੁਰੂ ਜੀ ਨੇ ਤੇ ਸਾਨੂੰ ਇਸ ਰਸਤੇ ਤੋਰਿਆ। ਸਾਡੇ ਮਾਤਾ ਜੀ ਦੇ ਭਰਾ ਛੋਟੇ ਨੇ ਤੇ ਉਹਨਾਂ ਦੇ ਗੁਰੂ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਸੇਵਾ ਕਰਵਾਈ ਸੀ। ਤੇ ਉੱਥੇ ਰਹਿ ਕੇ ਵੀ ਇਹੋ ਜਿਹਾ ਸਮਾਂ ਆਇਆ ਵੀ ਸੰਗਤ ਜਦੋਂ ਆਪਾਂ ਚੰਗੇ ਕਾਰਜ ਨੂੰ ਤੁਰਾਂਗੇ ਨਾ ਲੱਤਾਂ ਖਿੱਚਣਗੇ ਆਪਣੇ। ਤੇ ਸਾਡੇ ਨਾਲ ਵਿਰੋਧ ਬਹੁਤ ਹੁੰਦਾ ਰਿਹਾ, ਅਸੀਂ ਕਦੇ ਪਰਵਾਹ ਨਹੀਂ ਕੀਤੀ। ਅਸੀਂ ਸਭ ਨੂੰ ਕਿਹਾ ਵੀ ਜਿਹਨੇ ਵੀ ਗੱਲ ਕਰਨੀ ਹੈ ਸਾਡੇ ਸਾਹਮਣੇ ਆ ਕੇ ਕਰੇ, ਤੇ ਸਾਹਮਣੇ ਅੱਜ ਤੱਕ ਕੋਈ ਆਇਆ ਨਹੀਂ। ਤੇ ਉੱਥੇ ਪਰ ਜਦੋਂ ਇਸ ਗੱਲ ਦਾ ਹੋ ਗਿਆ ਉਹਨਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਸੀ ਵੀ ਕਿਤੇ ਕਬਜ਼ਾ ਨਾ ਕਰ ਲੈਣ ਜਗ੍ਹਾ ਤੇ, ਇਹ ਕੁਛ ਕਰਨ ਨਾ ਲੈਣ। ਇੱਥੇ ਕੁਛ ਬੰਦਿਆਂ ਨੇ, ਜਿਹੜੇ ਬੰਦੇ ਭੜਕਾਊ ਹੁੰਦੇ ਆ ਤੇ ਅੱਗ ਲਾਊ ਸਾਰੇ ਕਿਤੇ ਹੁੰਦੇ ਆ, ਉੱਥੇ ਵੀ ਸੀ ਕੁਛ ਬੰਦਿਆਂ ਨੇ ਮਾਹੌਲ ਖ਼ਰਾਬ ਕਰਤਾ। ਹੌਲੀ ਹੌਲੀ ਉੱਥੋਂ ਮਤਲਬ ਉਹਨਾਂ ਨੇ ਫੈਸਲਾ ਲੈ ਲਿਆ ਵੀ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਛੱਡ ਜਾਂਦੇ ਆ, ਆਪਾਂ ਤਾਂ ਸੇਵਾ ਕਰਨੀ ਆ। ਉਹਨਾਂ ਨੇ ਸਾਨੂੰ ਕਹਿਤਾ ਅਸੀਂ ਗੁਰੂ ਸਾਹਿਬ ਜੀ ਤੋਂ ਹੁਕਮਨਾਮਾ ਲੈ ਕੇ ਪੰਜੇ ਸਿੰਘਾਂ ਨੇ ਵੀ ਕਿਉਂ ਕਰਕੇ ਏਡੇ ਵੱਡੇ ਕਾਰਜ ਤੋਂ ਆ ਕੇ ਸੇਵਾ ਨੂੰ ਚੱਲਣਾ 30 ਹਸਪਤਾਲਾਂ ਦਾ ਅਣਹੋਣੀ ਗੱਲ ਸੀ। ਸਾਨੂੰ ਭਰੋਸਾ ਸੀ ਸਤਿਗੁਰੂ ਜੀ ਦੇ ਬਚਨ ਤੇ, ਮਹਾਰਾਜ ਦਾ ਬਚਨ ਆਇਆ ਸੀ ਵੀ ਸੇਵਾ ਆਰੰਭ ਰੱਖਣੀ ਆ। ਤੇ ਵੀ ਕਿਉਂ ਕਰਕੇ ਸਾਡੇ ਉਹ ਪਰਿਵਾਰ ਸੀ, ਅਸੀਂ ਸੇਵਾ ਬਿਨਾਂ ਰਹਿ ਨਹੀਂ ਸਕਦੇ। ਸਾਡਾ ਤਨ ਮਨ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਸਾਡਾ ਜੀਵਨ ਨਹੀਂ ਹੈਗਾ। ਉਸ ਤੋਂ ਬਾਅਦ ਫਿਰ ਅਸੀਂ ਹੁਕਮ ਲੈ ਕੇ ਸੇਵਾ ਉਸੇ ਤਰ੍ਹਾਂ ਆਰੰਭ ਰੱਖੀ। ਤੇ ਉਹ ਫਿਰ ਉਹਨਾਂ ਨੇ ਸਾਰਾ ਕੁਝ ਹੀ ਛੱਡਤਾ ਵੀ ਤੁਸੀਂ ਸਾਂਭ ਲਓ ਆ ਕੇ,
ਉਹ ਆਪ ਆ ਕੇ ਸਾਂਭਣ ਲੱਗ ਗਏ। ਤੇ ਅਸੀਂ ਕੁਛ ਨਹੀਂ, ਅਸੀਂ ਗੁਰੂ ਸਾਹਿਬ ਦੇ ਹੁਕਮ 'ਚ ਸੀ, ਅਸੀਂ ਆਪਣੇ ਜੱਦੀ ਪਿੰਡ ਘਰੇ ਆ ਕੇ ਸੇਵਾ ਆਰੰਭ ਰੱਖੀ ਹੋਈ ਆ ਤੇ 1.5 ਸਾਲ ਤੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੇਵਾ ਚੱਲ ਰਹੀ ਆ। ਤੇ ਜਿਹੜੇ ਪਰਿਵਾਰ ਨੇ ਆਪਣੀ ਗੱਲ ਸੀਗੀ ਵੀ ਆਪਾਂ ਕਦੇ ਕੁਛ ਇਸ ਤਰ੍ਹਾਂ ਦਾ ਹੋਇਆ, ਦੇਖੋ ਜੀ ਇਹ ਤਾਂ ਕਈ ਵਾਰ ਹੋਇਆ, ਜੋ ਸਾਨੂੰ ਅਸੀਸਾਂ ਮਿਲਦੇ ਨੂੰ ਅਸੀਂ ਬੋਲ ਕੇ ਬਿਆਨ ਨਹੀਂ ਕਰ ਸਕਦੇ, ਕਿਉਂ ਕਰਕੇ ਤੁਸੀਂ ਵੀ ਜਾਣਦੇ ਹੋ, ਜਿਵੇਂ ਆਪਾਂ ਗੁੰਗੀ ਨੂੰ ਮਠਿਆਈ ਛਕਾ ਦਈਏ ਤੇ ਉਹ ਤੁਹਾਨੂੰ ਬੋਲ ਕੇ ਉਹ ਤੋਂ ਦੱਸਿਆ ਨਹੀਂ ਜਾਣਾ, ਬਸ ਸਿਰਫ ਇੱਕ ਫੀਲ ਕਰ ਸਕਦੇ ਹਾਂ ਵੀ ਜੋ ਪਰਿਵਾਰ ਸਾਨੂੰ ਗਲੇ ਲੱਗ ਕੇ ਮਿਲਦੇ ਨੇ ਜਾਂ ਇੰਨਾ ਸਤਿਕਾਰ ਕਰਦੇ ਨੇ, ਕੋਈ ਸਾਡੀਆਂ ਭੈਣਾਂ ਨੇ, ਕੋਈ ਸਾਡੇ ਮਾਤਾ ਦੀ ਉਮਰ ਦੇ ਨੇ, ਕਿੰਨੇ ਸਾਡੇ ਮਾਤਾ ਨੇ ਬਣ ਗਏ ਤੇ ਕਿੰਨੇ ਸਾਨੂੰ ਬਾਪੂ ਜੀ ਮਿਲ ਗਏ ਜਿਨ੍ਹਾਂ ਦੀ ਸੇਵਾ ਅਸੀਂ ਕਰਦੇ ਹਾਂ। ਜਦੋਂ ਉਹ ਸਾਨੂੰ ਕੋਈ ਦਵਾ ਦਿੰਦੇ ਆ ਜਾਂ ਸੰਗਤ ਦਵਾ ਦਿੰਦੀ ਆ, ਉਹ ਤਾਂ ਬਸ ਅਸੀਂ ਬੋਲ ਕੇ ਨਹੀਂ ਬਿਆਨ ਕਰ ਸਕਦੇ, ਮਹਿਸੂਸ ਹੁੰਦਾ, ਇਸ ਤਰ੍ਹਾਂ ਲੱਗਦਾ ਵੀ ਹਾਂ ਜ਼ਿੰਦਗੀ ਤੇ ਆਏ ਆ ਤਾਂ ਸਫਲ ਹੋ ਰਿਹਾ ਜ਼ਿੰਦਗੀ ਤੇ ਆਉਣਾ। ਸਰ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਆਉਂਦੇ ਨੇ ਲੰਗਰ ਛਕਣ ਦੀ ਸੰਗਤ ਆਉਂਦੀ ਹੈ ਨੰਗੇ ਪੈਰੀ ਆਉਂਦੀ ਹੈ, ਉਹ ਤਾਂ ਨੰਗੇ ਪੈਰੀ ਆਉਂਦੀ ਹੈ, ਅਸੀਂ ਦੇਖਿਆ ਕਿ ਤੁਸੀਂ ਵੀ ਸਾਰੇ ਨੰਗੇ ਪੈਰੀ ਹੀ ਹੋ, ਤੁਹਾਡੇ ਬਾਪੂ ਜੀ, ਆ ਵੀਰ ਜੀ, ਤੁਸੀਂ ਵੀਰ ਜੀ। ਹਾਂਜੀ ਬਿਲਕੁਲ ਜੀ। ਦੇਖੋ ਜਿਹੜੀ ਇਹ ਗੱਡੀ ਖੜੀ ਆ ਸਾਡੇ ਲਈ ਇਹ ਇੱਕ ਅਸਥਾਨ ਆ ਗੁਰੂ ਸਾਹਿਬ ਜੀ ਦਾ, ਅਸੀਂ ਹਮੇਸ਼ਾ ਇਸ ਨੂੰ ਗੁਰੂ ਕਾ ਲੰਗਰ ਤੇ ਇੱਕ ਅਸਥਾਨ ਦੀ ਨਿਗਾਹ ਨਾਲ ਦੇਖਦੇ ਹਾਂ, ਪੂਜਨੀय ਗੱਡੀ ਆ, ਅਸੀਂ ਮੱਥਾ ਟੇਕਦੇ ਹਾਂ ਗੱਡੀ ਨੂੰ ਤੇ ਗੱਡੀ ਤੇ ਅਰਦਾਸ ਕਰਕੇ ਤੁਰਦੇ ਹਾਂ ਤੇ ਸਾਨੂੰ ਇੱਕ ਭਰੋਸਾ ਏ ਵੀ ਸਤਿਗੁਰ ਜੀ ਇਹਦੇ ਵਿੱਚ ਆਪ ਹੁੰਦੇ ਨੇ ਤੇ ਉਹਨਾਂ ਦੀ ਕਿਰਪਾ ਨਾਲ ਹੀ ਇਹ ਲੰਗਰ ਚੱਲਦਾ। ਤੇ ਅਸੀਂ ਜੋੜੇ, ਸਾਨੂੰ ਜਿਉਂ ਅਸੀਂ ਸੇਵਾ ਦੇ ਵਿੱਚ ਪੈਰ ਪਾਇਆ ਅਸੀਂ ਜੋੜੇ ਨਹੀਂ ਪਾਏ ਅੱਜ ਤੱਕ। ਗੱਡੀ ਦੇ ਵਿੱਚ ਸਾਡੇ ਲਈ ਹਮੇਸ਼ਾ ਹੀ ਇੱਕ ਸਥਾਨ ਆ, ਗੱਡੀ ਵਿੱਚ ਕੀਰਤਨ ਚੱਲਣਾ, ਨਿਸ਼ਾਨ ਝੁਲਣੇ ਆ, ਨਗਾਰੇ ਨੇ, ਉੱਥੇ ਨੰਗੇ ਪੈਰੀ ਰਹਿਣਾ ਤੇ ਸਾਨੂੰ ਕੋਈ ਕੰਪੈਲ ਨਹੀਂ ਕੀਤਾ ਹੋਇਆ, ਅਸੀਂ ਆਪਦੀ ਮਰਜ਼ੀ ਨਾਲ ਰਹਿੰਦੇ ਆ ਤੇ ਸਾਨੂੰ ਇਸ ਤਰ੍ਹਾਂ ਰਹਿਣਾ ਹੀ ਵਧੀਆ ਲੱਗਦਾ ਜੀ। ਸਰ ਕਿੰਨਾ ਕੁ ਲੰਗਰ ਹੈ ਜਿਸ ਤੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਕਿੰਨਾ ਹੋ ਚੁੱਕਾ ਵਾ? ਜੀ ਦੇਖੋ ਹੁਣ ਇਸ ਟਾਈਮ ਤਾਂ ਆਪਾਂ ਜਿਵੇਂ ਜ਼ਿਕਰ ਕੀਤਾ ਹੀ ਆ ਵੀ 30 ਦੇ ਕਰੀਬ ਹਸਪੀਟਲ ਨੇ ਤੇ ਲੋੜਵੰਦ ਪਰਿਵਾਰ ਨੇ, ਛੋਟੇ ਬੱਚੇ ਨੇ ਤੇ ਆਸ਼ਰਮਾਂ ਬਜ਼ੁਰਗ ਜਿੱਥੇ ਸਾਂਭੇ ਜਾਂਦੇ ਨੇ ਤੇ ਇਹਦੇ ਵਿੱਚ ਤਕਰੀਬਨ 2 ਤੋਂ 2.5 ਕੁਆਂਟਲ ਆਪਣਾ ਦੁੱਧ ਲੱਗ ਜਾਂਦਾ। ਹੁਣ ਆਪਣਾ ਸਹੀ 2 ਕੁਆਂਟਲ ਆ ਤੇ ਹੁਣ ਜਿਵੇਂ ਸੰਗਤ ਜ਼ਿਆਦਾ ਹੋ ਗਈ ਆ ਤਾਂ 2 ਤੋਂ 2.5 ਕੁਆਂਟਲ ਦੁੱਧ ਦੀ ਲਾਗਤ ਆ ਤੇ 1.5 ਕੁਆਂਟਲ ਹੁਣ ਆਟਾ ਲੱਗਣ ਲੱਗ ਗਿਆ ਜਿਹਦਾ ਪ੍ਰਸ਼ਾਦਾ ਬਣਦਾ ਜੀ। ਤੇ ਇਹਨੂੰ ਕੋਈ ਤਕਰੀਬਨ 1 ਕੁਆਂਟਲ 20 ਕਿਲੋ ਖਿਚੜੀ ਬਣ ਜਾਂਦੀ ਆ ਮਰੀਜ਼ਾਂ ਵਾਸਤੇ ਤੇ 1 ਕੁਆਂਟਲ 20 ਕਿਲੋ ਹੀ ਦਾਲ ਸਬਜ਼ੀ ਤਿਆਰ ਹੁੰਦੀ ਆ ਹਰ ਰੋਜ਼ ਦੀ, ਪੱਕੀ ਹੋਣੀ ਹੈ। ਹੁਣ ਤਾਂ ਹੀ ਤਾਂ ਇੰਨਾ ਜ਼ਿਆਦਾ ਸਾਨੂੰ ਤਕਰੀਬਨ 2-3 ਵੱਜ ਜਾਂਦੇ ਆ, ਕਿਉਂ ਕਰਕੇ ਅੱਗੇ ਸੰਗਤ ਕਹਿੰਦੀ ਸਾਡੇ ਕੋਲੇ ਨਾ ਤਾਂ ਕੋਈ ਮਸ਼ੀਨਾਂ ਨੇ ਵੀ ਅਸੀਂ ਮਸ਼ੀਨਾਂ ਤੇ ਤਿਆਰ ਕਰਦੇ ਹਾਂ, ਆਪਾਂ ਪ੍ਰਸ਼ਾਦਾ ਹੱਥੋਂ ਹੀ ਤਿਆਰ ਕਰਨਾ, ਸੰਗਤਾਂ ਨੇ ਆਪਦੇ ਹੱਥਾਂ ਨਾਲ ਤਵੀ ਤੇ ਪ੍ਰਸ਼ਾਦ ਸਾਰਾ ਤਿਆਰ ਕਰਦੇ ਹਾਂ ਜੀ ਆਪਾਂ ਇਹ। ਤੇ ਬਾਪੂ ਜੀ ਵੀ ਤੁਹਾਡੇ ਨਾਲ ਹੀ ਸੇਵਾ ਕਰਵਾਉਂਦੇ ਨੇ? ਦੇਖੋ ਜੀ ਇਹ ਬਾਪੂ ਜੀ ਹਮੇਸ਼ਾ ਤੁਹਾਨੂੰ ਦੱਸਿਆ ਵੀ ਸਾਰਾ ਪਰਿਵਾਰ ਹੀ ਸਮਰਪਿਤ ਨੇ, ਸਾਡੀ ਸਾਰੀ ਫੈਮਿਲੀ ਨਾਲ ਹੀ ਲੱਗੇ ਨਾ। ਬਾਪੂ ਜੀ ਹੋਰੀ ਇਹਨਾਂ ਦੇ ਭਾਵੇਂ ਸੱਟਾਂ ਵੀ ਵੱਜੀ ਜਾਣ ਪਰ ਇਹਨਾਂ ਸੇਵਾ ਤੋਂ ਬਿਨਾਂ, ਜਿਵੇਂ ਉਹ ਤਾਂ ਸਾਡੇ ਬਾਪੂ ਜੀ ਨੇ ਤੁਸੀਂ ਸੋਚ ਸਕਦੇ ਹੋ, ਜੇ ਅਸੀਂ ਨਹੀਂ ਰਹਿ ਸਕਦੇ ਵੀ ਅਸੀਂ ਸਾਡਾ ਖੂਨ ਤਾਂ ਇੱਕੋ ਹੀ ਆ ਨਾ ਤੇ ਉਹਨਾਂ ਦੀ ਸਿੱਖਿਆ ਹੀ ਆ ਤੇ ਹੁਣ ਵੀ ਸਾਡੇ ਨਾਲ ਹੀ ਰਹਿੰਦੇ ਨੇ। ਆ ਤੁਸੀਂ ਹੁਣ ਦੇਖ ਸਕਦੇ ਹੋ ਦੁੱਧ ਦੀ ਗਜਾ ਕਰਕੇ ਲੈ ਕੇ ਆਏ ਨੇ ਤੇ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਨੇ ਤੇ ਸਾਨੂੰ ਹਮੇਸ਼ਾ ਇਹਨਾਂ ਨੇ ਹੌਸਲਾ ਦਿੱਤਾ ਇਸ ਰਸਤੇ ਤੇ ਤੋਰਨ ਦਾ। ਭਾਵੇਂ ਸਾਡਾ ਸਭ ਕੁਝ ਕੁਰਬਾਨ ਹੋ ਗਿਆ ਸੀਗਾ, ਇੱਕ ਸਮਾਂ ਇਹੋ ਜਿਹਾ ਆ ਗਿਆ ਸੀ ਵੀ ਸਾਡਾ ਸਭ ਕੁਝ ਲੇਖੇ ਲੱਗ ਗਿਆ ਸੀ, ਪਰ ਸਾਡੇ ਪਰਿਵਾਰ ਨੇ ਸਾਡਾ ਪੂਰਾ ਸਾਥ ਦਿੱਤਾ ਤੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦੇ ਓਟ ਆਸਰੇ ਸਦਕਾ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ। ਸਰ ਮੈਸੇਜ ਕੀ ਦੇਣਾ ਚਾਹੁੰਦੇ ਹੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ? ਦੇਖੋ ਜੀ ਨੌਜਵਾਨ ਪੀੜ੍ਹੀ ਨੂੰ ਮੈਸੇਜ ਆਪਾਂ ਇਹੀ ਦੇਣਾ ਚਾਹੁੰਦੇ ਆ, ਸਾਰੇ ਆਪਣੇ ਵੀਰ ਨੇ ਭੈਣ ਨੇ ਨਾ, ਤੇ ਆਪਾਂ ਹੁਣ ਬੜੀ ਜ਼ਿੰਦਗੀ ਜਿਉਂ ਕੇ ਦੇਖ ਲਈ, ਆਪਾਂ ਹੁਣ ਆਪਣੇ ਗੁਰੂ ਸਾਹਿਬ ਜੀ ਦਾ ਹੁਕਮ ਤਾਂ ਮੰਨ ਕੇ ਵੇਖ ਗਏ ਨਾ, ਬਾਣੀ ਬਾਣੇ ਨਾਲ ਜੁੜ ਗਏ, ਆਪਣਾ ਨਹੀਂ ਆਪਣੀ ਵਿਰਾਸਤ ਆ, ਇਹ ਦਸ਼ਮੇਸ਼ ਪਿਤਾ ਦੀ ਆਪਾਂ ਨੂੰ ਬਖਸ਼ੀ ਵਿਰਾਸਤ ਆ ਤੇ ਆਪਾਂ ਆਪਦੇ ਪਿਓ, ਆਪਾਂ ਕਹਿੰਦੇ ਆ ਨਾ ਵੀ ਹੁਣ ਅਸੀਂ ਪਿਓ ਪੁੱਤ ਖੜੇ ਆ ਵੀ ਪੁੱਤ ਆਪਦੇ ਪਿਓ ਤੇ ਜਾਂਦਾ ਚੰਗਾ ਲੱਗਦਾ ਹੈ, ਤਾਂ ਆਪਾਂ ਦਸ਼ਮੇਸ਼ ਪਿਤਾ ਦੇ ਪੁੱਤ ਹੀ ਆ ਸਾਰੇ, ਇਸ ਗੱਲ ਤੋਂ ਆਪਾਂ ਮੁੱਕਰ ਨਹੀਂ ਸਕਦੇ। DNA ਤਾਂ ਆਪਣਾ ਉਹੀ ਆ ਨਾ ਸਾਰਿਆਂ ਦਾ, ਤੇ ਆਪਾਂ ਬੇਨਤੀ ਕਰਦੇ ਆ, ਦੇਖੋ ਕਿਸੇ ਟਾਈਮ ਅਸੀਂ ਵੀ ਉਸ ਸਰੂਪ 'ਚ ਰਹੇ ਆ, ਸਭ ਕੁਝ ਦੇਖਿਆ ਏ, ਪਰ ਆਪਣੀ ਬੇਨਤੀ ਆ ਸਾਰੇ ਨੌਜਵਾਨ ਵੀਰਾਂ ਨੂੰ, ਆਪਾਂ ਪੰਜਾਬ ਦੇ ਵਾਸੀ ਆ, ਆਪਾਂ ਸਾਬਤ ਸੂਰਤ ਹੋਈਏ ਸਭ ਤੋਂ ਪਹਿਲਾਂ ਤੇ ਖੰਡੇ ਬਾਟੇ ਦੀ ਪੌੜ ਛਕੀਏ ਜਦੋਂ ਤੁਹਾਡਾ ਮਨ ਬਣ ਜੇ, ਤੇ ਆਪਾਂ ਕਿਤੇ ਵੀ ਕੋਈ ਵੀ ਲੋੜਵੰਦ ਹੋਵੇ, ਜਿੱਥੇ ਵੀ ਧੱਕਾ ਹੋ ਰਿਹਾ ਹੋਵੇ ਤੇ ਉੱਥੇ ਆਪਾਂ ਖੜਨਾ। ਇਹ ਆਪਾਂ ਨੂੰ 10ਵੇਂ ਪਾਤਸ਼ਾਹ ਜੀ ਦਾ ਹੁਕਮ ਆ, ਭਾਵੇਂ ਆਪਣੀ ਸਰੀਰ ਲੱਗ ਜਾਣ, ਭਾਵੇਂ ਆਪਣੀ ਜਾਨ ਲੱਗ ਜੇ, ਭਾਵੇਂ ਆਪਾਂ ਨੂੰ ਸੀਸ ਦੇਣਾ ਪੈ ਜੇ। ਹੁਣ ਸੰਗਤ ਸਾਨੂੰ ਵੀ ਇਸ ਗੱਲ ਤੇ ਬਹੁਤ ਕਹਿੰਦੇ ਵੀ ਤੁਸੀਂ ਲੰਗਰ ਲਾਈ ਜਾਂਦੇ ਹੋ, ਮੈਂ ਇੱਕ ਬੇਨਤੀ ਕਰਦਾ ਨਾ ਵੀ ਲੰਗਰ ਲਾਉਣੇ ਵੀ ਸੌਖੇ ਨਹੀਂ ਹੈਗੇ। ਆਪਾਂ ਜ਼ਿਕਰ ਕਰਦੇ ਹਾਂ ਵੀ ਧੰਨ ਧੰਨ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਆਪਾਂ ਖੋਪੜੀਆਂ ਲਵਾਈਆਂ, ਆਪਾਂ ਅਰਦਾਸ 'ਚ ਸੁਣਦੇ ਆ ਨਾ ਵੀ ਜਿਨ੍ਹਾਂ ਨੇ ਖੋਪੜੀਆਂ ਲਵਾਈਆਂ, ਉਹ ਸ਼ਹੀਦ ਭਾਈ ਤਾਰੂ ਸਿੰਘ ਜੀ ਸੀ। ਉਹਨਾਂ ਦੀ ਸ਼ਹੀਦੀ ਕਿਉਂ ਹੋਈ ਸੀ? ਉਸ ਟਾਈਮ ਦੀ ਹਕੂਮਤ ਨੇ ਉਹਨਾਂ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਸੀ ਵੀ ਉਹ ਸਿੰਘਾਂ ਨੂੰ ਜਿਹੜੇ ਜੰਗਲਾਂ 'ਚ ਰਹਿੰਦੇ ਸੀ, ਸਾਰਾ ਪਰਿਵਾਰ, ਉਹਨਾਂ ਦੀ ਭੈਣ ਤੇ ਸਾਰੇ ਲੰਗਰ ਛਕਾਉਂਦੇ ਹੁੰਦੇ ਸੀ, ਤੇ ਉਸ ਟਾਈਮ ਦੀ ਹਕੂਮਤ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਲੰਗਰ ਛਕਾਉਣਾ ਬੰਦ ਕਰੋ, ਨਹੀਂ ਫਿਰ ਤੁਹਾਡੇ ਨਾਲ ਅਸੀਂ ਮਾੜੀ ਕਰਾਂਗੇ।
ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਆਪਣਾ ਕਰਮ ਨਹੀਂ ਛੱਡ ਸਕਦਾ, ਤੁਸੀਂ ਆਪਣਾ ਕਰੋ, ਮੈਂ ਆਪਣਾ ਕਰੂੰ। ਉਹ ਹਟੇ ਨਹੀਂ, ਉਹਨਾਂ ਨੇ ਲੰਗਰ ਛਕਾਉਣਾ ਜਾਰੀ ਰੱਖਿਆ। ਹਕੂਮਤ ਨੇ ਬਹਾਨਾ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਉਹਨਾਂ ਨੂੰ ਤਸੀਹੇ ਵੀ ਦਿੱਤੇ, ਪਰ ਉਹਨਾਂ ਨੇ ਆਪਾਂ ਨੂੰ ਸਿੱਖਿਆ ਦੇਣੀ ਸੀ ਜੋ ਸਿੱਖੀ ਕੇਸਾ ਸੁਵਾਸਾਂ ਸੰਗ, ਨੌਜਵਾਨਾਂ ਲਈ, ਆਪਣੇ ਲਈ ਬਾਈ, ਵੀ ਆਪਾਂ ਕਿੱਥੇ ਆ ਤੇ ਆਪਾਂ ਵਾਰਸ ਕਿਹਨਾਂ ਦੇ ਆ। ਜਦੋਂ ਉਹਨਾਂ ਨੂੰ ਇਸ ਗੱਲ ਲਈ ਉਹਨਾਂ ਨੇ ਜ਼ਕਰੀਆ ਖਾਨ ਨੇ ਕਿਹਾ, ਬਹੁਤ ਹੀ ਭੈੜਾ ਸ਼ਬਦ ਵਰਤਿਆ ਜੋ ਆਪਾਂ ਇੱਥੇ ਵਰਤਣਾ ਨਹੀਂ ਗਾ। ਜਦੋਂ ਇਹਨਾਂ ਨੇ ਕਿਹਾ ਮੇਰੀ ਤਾਂ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭੂਗੀ, ਉਹਨਾਂ ਨੇ ਜੁੱਤੀ, ਕਹਿੰਦੇ ਮੈਂ ਤਾਂ ਜੁੱਤੀਆਂ ਮਾਰੂ, ਇਸ ਤਰ੍ਹਾਂ ਦਾ ਉਹਨਾਂ ਨੇ ਸ਼ਬਦ ਵਰਤਿਆ ਕੇਸਾਂ ਲਈ। ਤਾਂ ਉਹਨਾਂ ਨੇ ਉਸ ਤੋਂ ਬਾਅਦ ਖੋਪੜੀ ਲਾਤੀ ਭਾਈ ਸਾਹਿਬ ਜੀ ਦੀ ਤੇ ਸਿੱਟ ਤਾ ਉਹਨਾਂ ਨੂੰ ਬਾਹਰ। ਤੇ ਉਸ ਟਾਈਮ ਦੇ ਆਪਾਂ ਏਕਤਾ ਦੀ ਵੀ ਗੱਲ ਆਪਾਂ ਕਰਨੀ ਚਾਹਾਂਗੇ ਜੇ ਆਪਣਾ ਸਮਾਂ ਹੋਇਆ, ਕਿਉਂ ਕਰਕੇ ਇਹ ਵੀ ਅੱਜ ਦਾ ਬਹੁਤ ਵਿਸ਼ਾ ਬਣਿਆ ਹੋਇਆ ਹੈ। ਹਿੰਦੂ ਪਰਿਵਾਰ, ਮੁਸਲਮਾਨ ਪਰਿਵਾਰ ਦੇਖੋ ਕਿੰਨਾ ਕਰਦੇ ਸੀਗੇ, ਮੁਸਲਮਾਨ ਵੀ ਕਰਦੇ ਸੀ ਤੇ ਹਿੰਦੂ ਵੀ ਕਰਦੇ ਸੀ, ਸਿੱਖ। ਉਹ ਉਹਨਾਂ ਨੂੰ ਚੱਕ ਕੇ ਲੈ ਗਏ, ਕਿਉਂ ਕਰਕੇ ਉਹਨਾਂ ਦਾ ਕਿਹਾ ਸੀ ਵੀ ਮੈਂ ਤੈਨੂੰ ਜੁੱਤੀ ਦੇ ਨੋਕ ਤੇ ਲੈ ਕੇ ਜਾਊਂ। ਉਹ ਕਹਿੰਦਾ ਜੀ ਮੈਂ ਜੁੱਤੀਆਂ ਮਾਰੂੰਗਾ, ਉਹਨਾਂ ਦਾ ਸੀ ਮੈਂ ਜੁੱਤੀ ਦੀ ਨੋਕ ਤੇ ਲੈ ਕੇ ਜਾਊਂਗਾ। ਜਿਉਂ ਉਹਨਾਂ ਦੀ ਖੋਪੜੀ ਉਤਰੀ ਤੇ ਉਹ ਚਲੇ ਗਏ ਤੇ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਜ਼ਕਰੀਆ ਖਾਨ ਨੂੰ। ਉਹਨੇ ਆਪਾਂ ਹਿਸਾਬ ਲਾ ਸਕਦੇ ਹਾਂ ਉਸ ਟਾਈਮ ਦਾ, ਜਿਵੇਂ PM ਕਹਿ ਲਓ ਵੀ ਕਿੰਨੀ ਪਾਵਰ ਹੁੰਦੀ ਹੈ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ ਉਹਨਾਂ ਨੇ ਵੀ ਅਸੀਂ ਲੋਟ ਹੋ ਸਕੀਏ, ਪਰ ਕੋਈ ਇਲਾਜ ਕੰਮ ਨਹੀਂ ਆਇਆ। ਐਂਡ ਤੇ ਉਹਨਾਂ ਨੂੰ ਖਾਲਸੇ ਦੀ ਸ਼ਰਨ ਵਿੱਚ ਆਉਣਾ ਪਿਆ, ਨਿਹੰਗਾਂ ਸਿੰਘਾਂ ਦੀ। ਫਿਰ ਖਾਲਸੇ ਪੰਥ ਨੇ ਹੁਕਮ ਲਾਇਆ ਸੀਗਾ ਭਾਈ ਸਾਹਿਬ ਦੀ ਜੁੱਤੀ ਉਹੀ ਲੈ ਕੇ ਆਓ ਤੇ ਉਹਦੇ ਸਿਰ 'ਚ ਮਾਰੋ, ਫਿਰ ਉਹਦਾ ਬੰਨ ਟੁੱਟੂਗਾ। ਫਿਰ ਉਸੇ ਤਰ੍ਹਾਂ ਹੋਇਆ, ਜੁੱਤੀ ਲਿਆਂਦੀ ਗਈ, ਉਹਨਾਂ ਦੇ ਜ਼ਕਰੀਆ ਖਾਨ ਦੇ ਸਿਰ 'ਚ ਮਾਰੀ ਗਈ ਲਗਾਤਾਰ ਕਈ ਦਿਨ, 20 ਤੋਂ ਦਿਨ 21 ਦਿਨ। ਫਿਰ ਜਾ ਕੇ ਉਹਨੇ ਸਰੀਰ ਛੱਡਤਾ ਸੀ, ਫਿਰ ਭਾਈ ਸਾਹਿਬ ਜੀ ਨੇ ਆਪਣੇ ਪ੍ਰਾਣ ਤਿਆਗੇ ਸੀ। ਸੋ ਆਪਾਂ ਜੇ ਆਪਾਂ ਲੰਗਰ ਵੀ ਲਾਉਣੇ ਆ ਤਾਂ ਉਹਦੇ ਲਈ ਵੀ ਹਰ ਸਮੇਂ ਆਪਾਂ ਨੂੰ ਤਿਆਰ ਬਰ ਤਿਆਰ ਰਹਿਣਾ ਪੈਂਦਾ। ਕਿਸੇ ਤਰ੍ਹਾਂ ਦਾ ਵੀ ਹਾਲਾਤ ਆ ਸਕਦਾ, ਖੋਪੜੀ ਵੀ ਲਵਾਈ ਜਾ ਸਕਦੀ ਆ, ਆਪਣੀ ਗਰਦਨ ਵੀ ਲਵਾਉਣੀ ਪੈ ਸਕਦੀ ਹੈ, ਇਸ ਤਰ੍ਹਾਂ ਦੇ ਵੀ ਹਾਲਾਤ ਆ ਸਕਦੇ ਆ। ਲੰਗਰ ਲਾਉਣੇ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ। ਮੈਂ ਤਾਂ ਸਿਰਫ ਇੰਨਾ ਕੀ ਸੰਦੇਸ਼ ਪਹੁੰਚਾਉਣਾ ਚਾਹੁੰਦਾ ਸੀਗਾ ਜੀ। ਸਰ, ਜਿਵੇਂ ਤੁਸੀਂ ਕਿਹਾ ਕਿ ਆਪਾਂ ਏਕਤਾ ਦੀ ਗੱਲ ਵੀ ਕਰ ਲੈਂਦੇ ਹਾਂ, ਲੇਕਿਨ ਅੱਜ ਕੱਲ ਧਰਮਾਂ ਦੇ ਨਾਮ ਤੇ ਬਹੁਤ ਜ਼ਿਆਦਾ ਲੜਾਇਆ ਜਾ ਰਿਹਾ ਵਾ। ਤੇ ਕਿਤੇ ਕਹਿ ਰਹੇ ਆ ਕਿ ਸਿੱਖ ਸੇਫ ਨਹੀਂ ਹੈਗੇ ਪੰਜਾਬ ਦੇ ਵਿੱਚ, ਕਿਤੇ ਕਿਹਾ ਜਾ ਰਿਹਾ ਹਿੰਦੂ ਸੇਫ ਨਹੀਂ ਹੈਗੇ, ਮੁਸਲਿਮ ਕਹਿ ਰਹੇ ਨੇ ਕਿ ਮੁਸਲਿਮ ਸੇਫ ਨਹੀਂ ਹੈਗੇ। ਏਕਤਾ ਦੀ ਗੱਲ ਕਿੱਥੇ ਹੋ ਰਹੀ ਹੈ ਇੱਥੇ? ਦੇਖੋ ਜੀ, ਜੋ ਸਮਾਂ ਚੱਲ ਰਿਹਾ ਹੁਣ ਦਾ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਵੀ ਇੰਨੀ ਨਫ਼ਰਤ ਫੈਲਾ ਦਿੱਤੀ ਗਈ ਆ ਵੀ ਆਪਾਂ ਸਾਰੇ ਇੱਕ ਦੂਜੇ ਨੂੰ ਐਂ ਦੇਖਣ ਲੱਗ ਗਏ ਪਤਾ ਨਹੀਂ ਆਪਣਾ ਕੀ ਕਿਸੇ ਨੇ ਖੋਲ੍ਹਿਆ ਹੁੰਦਾ। ਸੋ ਆਪਾਂ ਰਹਿ ਰਹੇ ਹਾਂ ਪੰਜਾਬ 'ਚ ਤੇ ਆਪਾਂ ਤਾਂ ਉਸ ਧਰਮ ਦੇ ਤੇ ਉਹਨਾਂ ਪਾਤਸ਼ਾਹਾਂ ਦੇ ਵਾਲੀ ਆ ਜਿਨ੍ਹਾਂ ਨੇ ਕਿਸੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਦਿੱਤਾ ਚਾਂਦਨੀ ਚੌਂਕ ਵਿੱਚ ਜਾ ਕੇ। ਸੋ ਆਪਾਂ ਤਾਂ ਉਹਨਾਂ ਦੇ ਵਾਰਸ ਹਾਂ। ਆਪਣੇ ਵਿੱਚ ਆਪਾਂ ਪੰਜਾਬ ਦੇ ਵਿੱਚ ਜੇ ਸਹੀ ਪੰਜਾਬੀਅਤ ਆ ਤਾਂ ਆਪਾਂ ਤਾਂ ਏਕਤਾ ਦਾ ਸਬੂਤ ਹੀ ਦੇ ਸਕਦੇ ਹਾਂ ਵੀ ਪੰਜਾਬ ਵਿੱਚ ਹਰੇਕ ਬੰਦਾ ਖੁਸ਼ਹਾਲ ਰਹੇ, ਭਾਵੇਂ ਹਿੰਦੂ ਵੀਰ ਨੇ, ਭਾਵੇਂ ਮੁਸਲਮਾਨ ਵੀਰ ਨੇ, ਭਾਵੇਂ ਕ੍ਰਿਸਚਨ ਵੀਰ ਨੇ, ਹੈ ਤਾਂ ਸਾਰੇ ਆਪਾਂ ਵੀਰ ਭਰਾ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨ, ਗੁਰੂ ਸਾਹਿਬ ਜੀ ਨੇ ਤਾਂ ਮਾਨਸ ਕੀ ਜਾਤ ਇੱਕ ਕਹੀ ਆ। ਤੇ ਆਪਣੇ ਕੁਝ ਲੋਕਾਂ ਕਰਕੇ ਜੀ ਆਪਾਂ ਸਾਰੇ ਨਾਲੇ ਤਾਂ ਬਦਨਾਮ ਹੋ ਰਹੇ ਆ ਤੇ ਕੁਝ ਲੋਕਾਂ ਕਰਕੇ ਆਪਾਂ ਨਫ਼ਰਤ ਕਰ ਰਹੇ ਹਾਂ। ਹਾਲਾਂਕਿ ਵਿੱਚੋਂ ਗੱਲ ਕੁਝ ਹੋਰ ਹੁੰਦੀ ਆ, ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ। ਅਸੀਂ ਹੁਣ ਇੰਨੇ ਸਾਲਾਂ ਤੋਂ ਵਿਚਰ ਰਹੇ ਹਾਂ ਇਸ ਸੇਵਾ ਦੇ ਵਿੱਚ, ਹੁਣ ਸਾਡਾ ਜੋ ਤਜਰਬਾ ਜਿੰਨਾ ਕੁ ਐਕਸਪੀਰੀਅੰਸ ਕੀਤਾ ਵਾ ਅਸੀਂ ਰਹਿ ਕੇ, ਅਸੀਂ ਤਾਂ ਇੰਨਾ ਪਿਆਰ ਦੇਖਿਆ ਵੀਰਾਂ ਵਿੱਚ, ਹਿੰਦੂ ਵੀਰਾਂ ਵਿੱਚ। ਆਹ ਗੱਡੀ ਖੜੀ ਆਪਣੇ ਕੋਲ, ਜਦੋਂ ਸਾਡੇ ਕੋਲ ਇਹੋ ਜਿਹੇ ਹਾਲਾਤ ਆ ਗਏ ਸੀ, ਗੱਡੀ ਵੀ ਨਹੀਂ ਸੀਗੀ, ਤਾਂ ਸਾਨੂੰ ਸੀ ਤਾਂ ਮੋਟਰਸਾਈਕਲਾਂ ਤੇ ਸ਼ਿਕੰਜੇ 4-5 ਕਰਕੇ ਲੈ ਜਾ ਕਰਾਂਗੇ। ਪਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਹਿੰਦੂ ਪਰਿਵਾਰ 'ਚੋਂ ਵੀਰ ਨੇ, ਉਹਨਾਂ ਦਾ ਪੰਪ ਵੀ ਆ, ਪਰ ਉਹ ਆਪਦਾ ਨਾਮ ਗੁਪਤ ਰੱਖਦੇ ਨੇ। ਮੈਂ ਹੀ ਦੱਸਣ ਲੱਗ ਗਿਆ। ਹੁਣ ਉਹਨਾਂ ਨੇ ਮੈਨੂੰ ਕਿਹਾ ਸੀ ਤੇ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਸੀ ਵੀ ਚਲੋ ਜੇ ਦੱਸਣਾ ਹੈ ਤਾਂ ਮੇਰਾ ਸੁਨੇਹਾ ਵੀ ਲਾਇਓ। ਇਹ ਗੱਡੀ ਉਹ ਵੀਰਾਂ ਨੇ ਆਪਾਂ ਨੂੰ ਗੁਪਤ ਦਾਨ ਕੀਤੀ ਤੇ ਆਪਣੇ ਨਾਂ ਤੇ ਚੜ੍ਹਾ ਕੇ ਗਏ। ਇੰਨਾ ਪਿਆਰ ਕਰਦੇ ਨੇ ਉਹ। ਆਪਾਂ ਨੂੰ ਡੀਜ਼ਲ ਸੇਵਾ ਵਿੱਚ ਵੀ ਉਹਨਾਂ ਦਾ ਸਹਿਯੋਗ ਹੁੰਦਾ, ਕਿਉਂ ਕਰਕੇ ਡੀਜ਼ਲ ਸੇਵਾ ਦੀ ਸਾਨੂੰ ਬਹੁਤ ਕਿੱਲਤ ਰਹਿੰਦੀ ਆ। ਹਰ ਰੋਜ਼ ਗੱਡੀ ਵਿੱਚ ਡੀਜ਼ਲ ਪੈਣਾ, ਗੱਡੀਆਂ ਦਾ ਖਰਚਾ ਨਾ, ਤੇ ਉਹ ਸਾਡਾ ਸਹਿਯੋਗ ਵੀ ਕਰਦੇ ਆ ਗੁਪਤ ਰਹਿ ਕੇ। ਇਹ ਹਿੰਦੂ ਪਰਿਵਾਰਾਂ ਦਾ, ਹੋਰ ਵੀ ਇੰਨੇ ਹਿੰਦੂ ਪਰਿਵਾਰ ਨੇ, ਮੈਂ ਤੁਹਾਨੂੰ ਗਿਣਾ ਨਹੀਂ ਸਕਦਾ, ਜਿਹੜੇ ਇਸ ਕਾਰਜ 'ਚ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ, ਘਰੇ ਵੀ ਸੱਦਦੇ ਨੇ, ਸਤਿਕਾਰ ਵੀ ਦਿੰਦੇ ਨੇ। ਅਸੀਂ ਪੂਰਾ ਇੱਕ ਪਰਿਵਾਰ ਵਾਂਗੂ ਵਿਚਰਦੇ ਹਾਂ। ਤੇ ਜੇ ਰਹੀ ਮੁਸਲਮਾਨ ਭਰਾਵਾਂ ਦੀ ਗੱਲ, ਉਹਨਾਂ ਨਾਲ ਵੀ ਇਸ ਕਾਰਜ ਪ੍ਰਤੀ ਉਨਾ ਹੀ ਪਿਆਰ ਆ। ਕੋਈ ਵੀ ਉਹਨਾਂ ਦਾ ਈਦ ਦਾ ਮਨਾਉਂਦੇ ਨੇ, ਉਹਦੇ ਫਿਰ ਉਹ ਸਾਰਾ ਲੰਗਰ ਆਪ ਤਿਆਰ ਕਰਦੇ ਆ, ਬੜੀ ਸ਼ਰਧਾ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ। ਮੁਸਲਿਮ ਵੀਰਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਲੰਗਰ ਤਿਆਰ ਕੀਤਾ ਜੀ। ਦੇਖੋ, ਇਹ ਦੇਖੋ ਮਹਾਰਾਜ ਦੀ ਕਿਰਪਾ, ਕਿਉਂ ਕਰਕੇ ਇਹ ਆਪਾਂ ਇਹਨੂੰ ਕਿਸੇ ਜਾਤਾਂ ਪਾਤਾਂ 'ਚ ਵੰਡ ਨਹੀਂ ਸਕਦੇ। ਜੋ ਇਹ ਬਾਣਾ ਵੀ ਆਪਣੇ ਪਾਇਆ, ਦਸ਼ਮੇਸ਼ ਪਿਤਾ ਨੇ ਬਖਸ਼ਿਆ, ਆਕਾਸ਼ ਨੀਲਾ ਹੁੰਦਾ, ਨੀਲਾ ਬਾਣਾ ਬਖਸ਼ਿਆ। ਹਮ ਅਕਾਲੀ ਸਭ ਕੇ ਵਾਲੀ, ਹਮਾਰਾ ਪੰਥ ਨਿਆਰਾ ਹੈ। ਇਹਦਾ ਮਤਲਬ ਅੱਜ ਕੱਲ੍ਹ ਅਕਾਲੀਆਂ ਦੀ ਡੈਫੀਨੇਸ਼ਨ ਬਦਲ ਗਈ। ਅਸਲ ਵਿੱਚ ਅਕਾਲੀ ਦਾ ਮਤਲਬ ਸੀ ਹਮ ਅਕਾਲੀ ਸਭ ਕੇ ਵਾਲੀ,
ਵੀ ਸਾਰਿਆਂ ਦੇ ਵਾਲੀ ਆ ਆਪਾਂ ਇਸ ਬਾਣੇ ਵਿੱਚ ਰਹਿ ਕੇ ਆਪਣੇ ਤੇ ਸਾਰਿਆਂ ਦਾ ਉਨਾ ਹੀ ਹੱਕ ਆ, ਭਾਵੇਂ ਹਿੰਦੂ ਆ, ਭਾਵੇਂ ਮੁਸਲਮਾਨ ਆ, ਭਾਵੇਂ ਕ੍ਰਿਸਚਨ ਆ, ਤੇ ਇਸ ਕਾਰਜ ਵਿੱਚ ਵੀ ਸਾਰਿਆਂ ਦਾ ਹੱਕ ਆ, ਕਿਸੇ ਇੱਕ ਬੰਦੇ ਦਾ ਨਹੀਂ, ਕਿਸੇ ਇੱਕ ਧਰਮ ਦਾ ਨਹੀਂ। ਇਹ ਸਰਬ ਸਾਂਝਾ ਕਾਰਜ ਆ। ਕ੍ਰਿਸਚਨ ਪਰਿਵਾਰ ਦੀ ਜੇ ਆਪਾਂ ਗੱਲ ਕਰੀਏ, ਇੱਥੋਂ ਜਗਰਾਉਂ ਤੋਂ ਹੀ ਡਾਕਟਰ ਸਤੀਸ਼ ਜੈਨ ਨੇ, ਤੇ ਇੰਨਾ ਪਿਆਰ ਕਰਦੇ ਨੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਉਹ ਇੱਕ ਦਿਨ ਦੀ ਸੇਵਾ ਪੱਕੀ ਲੈਂਦੇ ਨੇ ਮਹੀਨੇ ਵਿੱਚ, ਉਹ ਉਹਨਾਂ ਦਾ ਵੀ ਸਹਿਯੋਗ। ਅਸੀਂ ਤਾਂ ਕਦੇ ਦੇਖਿਆ ਨਹੀਂ ਇਹ, ਪਰ ਕੁਝ ਬੰਦਿਆਂ ਕਰਕੇ ਨਫ਼ਰਤ ਫੈਲਾਈ ਜਾ ਰਹੀ ਆ। ਆਪਾਂ ਸਾਰਿਆਂ ਤੋਂ ਬੇਨਤੀ ਕਰੀਏ, ਆਪਾਂ ਕੁਝ ਗੱਲਾਂ ਤੋਂ ਸੁਚੇਤ ਰਿਹਾ ਕਰੀਏ। ਹੁਣ ਆਪਾਂ ਇੰਨੀ ਕੁ ਸਿਆਣਪ ਤਾਂ ਆਪਾਂ ਪਰਖ ਤਾਂ ਸਕਦੇ ਹੀ ਆ ਨਾ ਬੰਦੇ ਨੂੰ ਵੀ ਇਹ ਕੀ ਕਰ ਰਿਹਾ, ਇੰਨੀ ਕੁ ਤਾਂ ਆਪਾਂ ਸਮਝ ਰੱਖੀਏ। ਸੋ ਆਪਾਂ ਆਪਸ ਵਿੱਚ ਨਫ਼ਰਤ ਨਾ ਫੈਲਾਈਏ, ਆਪਾਂ ਰਲ ਮਿਲ ਕੇ ਰਹੀਏ। ਗੁਰੂ ਸਾਹਿਬ ਜੀ ਕਿਰਪਾ ਕਰਨ। ਆਪਾਂ ਸਾਰੇ ਦੀ ਬੇਨਤੀ ਕਰਦੇ ਹਾਂ, ਸਾਡੀ ਚਰਨਾਂ 'ਚ ਗੁਰੂ ਸਾਹਿਬ ਦੀ ਅਰਦਾਸ ਆ ਵੀ ਜੋ ਵੀ ਜਿਸ ਤਰ੍ਹਾਂ ਦਾ ਮਾਹੌਲ ਹੋਇਆ ਪਿਆ ਹੈ ਪੰਜਾਬ ਦਾ, ਸਤਿਗੁਰੂ ਜੀ ਕਿਰਪਾ ਕਰਨ। ਸਾਰੇ ਸਿਰ ਜੋੜ ਕੇ ਬੈਠੋ। ਜੇ ਕਿਸੇ ਗੱਲ ਦਾ ਮਸਲਾ ਨਹੀਂ ਹੱਲ ਹੋ ਰਿਹਾ, ਗੁਰੂ ਸਾਹਿਬ ਜੀ ਨੇ ਸਿੱਖੀ ਸਿੱਖਿਆ ਗੁਰ ਵਿਚਾਰ, ਮਹਾਰਾਜ ਨੇ ਵਿਚਾਰ ਨੂੰ ਅਹਿਮੀਅਤ ਦਿੱਤੀ ਆ। ਜੇ ਹੁਣ ਆਪਾਂ ਨੂੰ ਲੱਗਦਾ ਵੀ ਆਪਣਾ ਮਸਲਾ ਵਿਗੜ ਗਿਆ, ਤਾਂ ਆਪਾਂ ਇਕੱਠੇ ਹੋਈਏ ਤੇ ਵਿਚਾਰ ਕਰੀਏ, ਸਿਰ ਜੋੜ ਕੇ ਬੈਠੀਏ। ਵਿਚਾਰ ਨਾਲ ਆਪਣਾ ਮਸਲਾ ਹੱਲ ਹੋ ਸਕਦਾ, ਤੇ ਆਪਾਂ ਇੰਨੇ ਲੋਕਾਂ ਨੂੰ ਵੀ ਖੱਜਲ ਖਵਾਰ ਕਿਉਂ ਕਰੀਏ, ਤੇ ਆਪਾਂ ਵੀ ਕਿਉਂ ਰੁਲ ਗਏ। ਜੀ ਮਤਲਬ ਇਹ ਕਹਿ ਸਕਦੇ ਹਾਂ ਕਿ ਜ਼ਮੀਨੀ ਪੱਧਰ ਤੇ ਜਿਹੜਾ 9 ਮਾਸ ਦਾ ਰਿਸ਼ਤਾ ਵਾ ਉਹ ਪੂਰੀ ਤਰ੍ਹਾਂ ਕਾਇਮ ਆ। ਬਿਲਕੁਲ ਕਾਇਮ ਹੈ ਜੀ, ਜ਼ਮੀਨੀ ਪੱਧਰ ਤੇ। ਕਿਉਂ ਕਰਕੇ ਆਪਾਂ ਹਾਲਾਤ ਕੁਛ ਦੇਖੋ ਜੀ, ਗਰਾਊਂਡ ਲੈਵਲ ਦੀ ਗੱਲ ਕੁਛ ਹੋਰ ਹੁੰਦੀ ਆ। ਆਪਾਂ ਜੇ ਫੇਸਬੁੱਕ ਵਗੈਰਾ ਚਗਾ ਲਈਏ, ਉਹਨਾਂ ਉੱਥੇ ਗੱਲ ਹੋਰ ਹੁੰਦੀ ਹੈ, ਸੱਚਾਈ 'ਚ ਫਰਕ ਬੜਾ ਹੁੰਦਾ। ਅਸਲ ਦੇ ਵਿੱਚ ਸਾਰੇ ਇਸ ਤਰ੍ਹਾਂ ਨਹੀਂ, ਬਹੁਤ ਆਪਸ ਨਾਲ ਪਿਆਰ ਵੀ ਕਰਦੇ ਨੇ, ਰਹਿੰਦੇ ਵੀ ਨੇ। ਗੁਰੂ ਸਾਹਿਬਾਨ ਤੋਂ ਹੀ ਚੱਲਦਾ ਆ ਰਿਹਾ ਹੈ, ਤੇ ਅੱਗੇ ਵੀ ਚੱਲਦੇ ਰਹਿਣਾ ਹੈ। ਇਹ ਜੋ ਵੀ ਕੁਝ ਹੋ ਰਿਹਾ ਹੈ, ਸਤਿਗੁਰੂ ਜੀ ਕਿਰਪਾ ਕਰਨ, ਜਲਦੀ ਪਾਰ ਉਤਾਰਾ ਹੋਵੇ। ਤੇ ਅਸੀਂ ਬੇਨਤੀ ਕਰਦੇ ਹਾਂ ਵੀ ਆਪਾਂ ਜਿੰਨਾ ਸਿਰ ਜੋੜ ਕੇ ਇੱਕ ਦੂਜੇ ਨਾਲ ਆਪਾਂ ਵਿਚਾਰ ਕਰ ਸਕੀਏ, ਆਪਾਂ ਵਿਚਾਰ ਨਾਲ ਮਸਲਾ ਹੱਲ ਕਰੀਏ। ਆਪਾਂ ਉਹੀ ਟਾਈਮ, ਉਹੀ ਮਨੀ ਆਪਾਂ ਕਿਤੇ ਹੋਰ ਵੇਸਟ ਨਾ ਕਰੀਏ, ਆਪਾਂ ਕਿਤੇ ਚੰਗੇ ਕਾਰਜ ਨੂੰ ਲਾਈਏ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਜੀ। ਵੀਰ ਜੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ? ਬਿਲਕੁਲ ਇਹੀ ਸੰਦੇਸ਼ ਹੈ ਜੀ ਵੀ ਲੋੜਵੰਦਾਂ ਦੀ ਸੇਵਾ ਜ਼ਰੂਰ ਕਰੀਏ ਆਪਾਂ, ਕਿਉਂਕਿ ਕੋਈ ਮੰਦਬੁੱਧੀ ਆ ਉਹ ਕਮਾ ਤਾਂ ਸਕਦਾ ਨਹੀਂਗਾ। ਕੋਈ ਵੀ ਤੁਹਾਨੂੰ ਨੇੜੇ ਦਿੰਦਾ, ਤੁਸੀਂ ਦੂਰ ਹੋ, ਨਹੀਂ ਤਾਂ ਇੱਥੇ ਸੰਪਰਕ ਕਰ ਸਕਦੇ ਹੋ। ਇਹ ਸੇਵਾ ਵਿੱਚ ਯੋਗਦਾਨ ਕਰੋ। ਨਹੀਂ ਤੁਸੀਂ ਕੋਈ ਵੀ ਲੋੜਵੰਦ ਦੀ ਤਾਂ ਜਿਸ ਤਰ੍ਹਾਂ ਦੀ ਉਹਨੂੰ ਹੈਲਪ ਚਾਹੀਦੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਮਹਾਰਾਜ ਨੇ ਆਪਾਂ ਨੂੰ ਇਹੀ ਸਿਖਾਇਆ ਹੈਗਾ ਜੀ। ਸੋ ਵੀਰਾਂ ਨਾਲ ਗੱਲਬਾਤ ਕੀਤੀ, ਬਹੁਤ ਚੰਗਾ ਲੱਗਿਆ ਉਹਨਾਂ ਦੀ ਗੱਲਬਾਤ ਸੁਣ ਕੇ। ਬਹੁਤ ਕੁਝ ਸਿੱਖਣ ਨੂੰ ਵੀ ਤੁਹਾਨੂੰ ਮਿਲਿਆ ਹੋਵੇਗਾ ਕਿ ਜ਼ਿਆਦਾ ਉਮਰਾਂ ਨਹੀਂ ਹੈਗੀਆਂ, ਬਹੁਤ ਛੋਟੀਆਂ ਉਮਰਾਂ ਨੇ ਜਿਸ ਦੇ ਵਿੱਚ ਲੋਕ ਨੇ ਜਿਹੜੇ ਨੌਜਵਾਨ ਨੇ ਜਿਹੜੇ ਅੱਜ ਕੱਲ੍ਹ ਵਿਗੜਦੇ ਜਾ ਰਹੇ ਨੇ ਜਾਂ ਬਾਹਰ ਜਾਣ ਦੀ ਸੋਚਦੇ ਪਏ ਨੇ। ਲੇਕਿਨ ਜੋ ਕੰਮ ਆ ਪੰਜਾਬ ਦੇ ਵਿੱਚ, ਜੋ ਅਸਲ ਕੰਮ ਆ ਕਿ ਲੋਕਾਂ ਦੀ ਭਲਾਈ ਕਰਨਾ, ਉਹਨੂੰ ਭੁੱਲਦੇ ਜਾ ਰਹੇ ਨੇ। ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ। ਲੇਕਿਨ ਇਹਨਾਂ ਦੋਨੇ ਵੀਰਾਂ ਨੂੰ ਮਿਲ ਕੇ ਇੱਕ ਖੁਸ਼ੀ ਹੁੰਦੀ ਹੈ ਕਿ ਅੱਜ ਦੇ ਦੌਰ ਦੇ ਵਿੱਚ ਅਜਿਹੇ ਲੋਕ ਵੀ ਨੇ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ। ਵੱਖ-ਵੱਖ ਜਗ੍ਹਾ 'ਤੇ ਜਾ ਕੇ 30 ਹਸਪੀਟਲਸ ਦੇ ਵਿੱਚ ਜਾ ਕੇ ਲੰਗਰ ਦੀ ਸੇਵਾ ਵਰਤਾਉਂਦੇ ਨੇ, ਖੁਦ ਲੰਗਰ ਤਿਆਰ ਕਰਦੇ ਨੇ, ਤੇ ਸਿੱਖੀ ਨੂੰ ਬਚਾਉਣ ਦਾ ਪੂਰਾ ਪ੍ਰਯਾਸ ਵੀ ਕਰ ਰਹੇ ਨੇ। ਹਰ ਇੱਕ ਤਰੀਕੇ ਦੇ ਨਾਲ, ਪੂਰੀ ਸ਼ੁੱਧਤਾ ਦੇ ਨਾਲ ਲੰਗਰ ਹੈ ਜਿਹੜਾ ਕਿ ਉਹ ਵੀ ਵਰਤਾਇਆ ਜਾਂਦਾ ਵਾ, ਤੇ ਬਹੁਤ ਜ਼ਿਆਦਾ ਪਿਆਰ ਹੈ ਜਿਹੜਾ ਕਿ ਲੋਕਾਂ ਵੱਲੋਂ ਮਿਲਦਾ ਹੈ। ਤੇ ਅਸੀਂ ਵੀ ਇਹੀ ਕਹਾਂਗੇ ਕਿ ਜਿਵੇਂ ਸਰ ਨੇ ਕਿਹਾ ਕਿ ਏਕਤਾ ਬਣਾਈ ਰੱਖੋ, ਜੇਕਰ ਕੋਈ ਮਸਲਾ ਵਾ ਤਾਂ ਉਸ ਦਾ ਮਿਲ ਕੇ ਹੱਲ ਕੱਢੋ। ਕੈਮਰਾਮੈਨ ਆਕਾਸ਼ ਦੇ ਨਾਲ ਮੈਂ ਈਸ਼ਾ, ਪ੍ਰੋ ਪੰਜਾਬ ਲੁਧਿਆਣਾ।